ਛੋਟੀ ਬਿਲਕੁਲ ਨਾ ਤੇ ਮੈਂ ਦੁੱਖਾਂ ਵਿੱਚ Heaven's Gate. Jesus said, I am the door. If anyone enters through me, he shall be saved.
ਵੈਲਕਮ ਟੂ ਹੈਵਨਸ ਗੇਟ ਟੈਲੀਵਿਜ਼ਨ। ਅਸੀਂ ਸਭ तमाम ਵਿਊਜ਼ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਅੱਜ ਦੇ ਇਸ ਬਹੁਤ ਖੂਬਸੂਰਤ ਦਿਨ ਦੇ ਲਈ ਮੌਕੇ ਦੇ ਲਈ ਕਿ ਖੁਦਾਵੰਦ ਨੇ ਸਾਨੂੰ ਇੱਕ ਬਹੁਤ ਅੱਛਾ ਫਿਰ ਮੌਕਾ ਦਿੱਤਾ। ਸਭ ਤੋਂ ਪਹਿਲਾਂ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਾਂਚੀ ਟੀਵੀ ਨੂੰ ਜਿਨ੍ਹਾਂ ਦੇ ਅੱਜ 1 ਸਾਲ ਇਸ ਪ੍ਰੋਗਰਾਮ ਨੂੰ ਚੱਲਦਿਆਂ ਨੂੰ ਹੋ ਗਿਆ। ਅਸੀਂ ਪੂਰੀ ਰਵਿਦਾਸ ਕਮਿਊਨਿਟੀ ਨੂੰ ਆਪਣੇ ਵੱਲੋਂ ਇੰਡੀਅਨ ਕ੍ਰਿਸਚੀਅਨ ਕੰਸਰਨ ਦੇ ਬਿਹਾਫ ਤੇ ਸਭ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਥੈਂਕ ਯੂ ਵੈਰੀ ਮਚ। ਮੈਂ ਕਿ ਇਹਨਾਂ ਦੀ ਹੁਣ ਦੇ ਆਉਣ ਵਾਲੇ ਬਹੁਤ ਸਾਰੇ ਸਾਲ ਇਸੇ ਤਰ੍ਹਾਂ ਇਹ ਖੁਸ਼ੀਆਂ ਮਨਾਉਂਦੇ ਰਹਿਣ, ਕਮਿਊਨਿਟੀ ਦੀ ਸੇਵਾ ਕਰਦੇ ਰਹਿਣ। ਔਰ ਮੇਰੇ ਨਾਲ ਅੱਜ ਮਹਿਮਾਨ ਜੋ ਆਏ ਹੋਏ ਹਨ ਪਾਸਟਰ ਰਵੀ ਜੀ ਜਿਨ੍ਹਾਂ ਦਾ ਦੇ ਨਾਲ ਤੁਹਾਡੀ ਮੁਲਾਕਾਤ ਮੈਂ ਥੋੜ੍ਹੀ ਦੇਰ ਦੇ ਬਾਅਦ ਕਰਾਵਾਂਗਾ। ਉਹਨਾਂ ਦੇ ਨਾਲ ਜੌਨ ਮੈਸੀਅਨ ਜੋ ਉਹਨਾਂ ਦਾ ਤਰਜਮਾ ਕਰਨਗੇ। ਲੇਕਿਨ ਉਹਨਾਂ ਦੇ ਆਉਣ ਤੋਂ ਪਹਿਲੇ ਮੇਰੇ ਨਾਲ ਜੋ ਆਏ ਹੋਏ ਹਨ ਮਹਿਮਾਨ ਆਏ ਹਨ ਜੇ ਮੈਂ ਉਹਨਾਂ ਦੀ ਇੰਟਰੋਡਕਸ਼ਨ ਕਰਦਾ ਜੇ ਉਹਦੇ ਜੋਸਫਿਨ ਹੈ ਨਾਲ ਕਮਲਜੀਤ ਹੈ ਐਂਡ ਊਸ਼ਾ ਐਂਡ ਸੈਮੂਅਲ ਐਂਡ ਬ੍ਰਦਰ ਪੀਟਰ। ਔਰ ਅਸੀਂ ਊਸ਼ਾ ਦੇ ਕੋਲੋਂ ਕਮਲਜੀਤ ਦੇ ਕੋਲੋਂ ਗਵਾਹੀ ਸੁਣਾਂਗੇ ਕਿ ਉਹ ਯਿਸੂ ਮਸੀਹ ਦੇ ਵਿੱਚ ਕਿਉਂ ਆਈ ਔਰ ਕਿਉਂ ਉਹਨੇ ਜ਼ਿਆਦਾ ਜ਼ਰੂਰੀ ਸਮਝੇ। ਇਸ ਤੋਂ ਪਹਿਲਾਂ ਕਿ ਅਸੀਂ ਉਹਦੀ ਗਵਾਹੀ ਸੁਣੀਏ ਲਓ ਇੱਕ ਗੀਤ ਸੁਣੀਏ। ਉਹ ਮੇਰੇ ਨਾਲ ਮਿਲ ਕੇ ਜਿਹੜੇ ਮਹਿਮਾਨ ਮੇਰੇ ਨਾਲ ਬੈਠੇ ਨੇ ਉਹ ਇਸ ਗੀਤ ਨੂੰ ਮੇਰੇ ਨਾਲ ਮਿਲ ਕੇ ਗਾਉਣਗੇ ਤੇ ਲਓ ਸੁਣੀਏ ਮੇਰੀ ਸੁਣ ਲੈ ਦੁਆ ਯਿਸੂ ਰਾਜਿਆ ਮੈਂ ਦਰ ਤੇਰੇ ਤੇ ਆ ਗਿਆ। ਸੁਣੀਏ। ਮੇਰੀ ਸੁਣ ਲੈ ਦੁਆ ਅੱਜ ਸੁਣ ਲੈ ਦੁਆ ਮੇਰੀ ਸੁਣ ਲੈ ਦੁਆ ਅੱਜ ਸੁਣ ਲੈ ਦੁਆ ਯਿਸੂ ਰਾਜਿਆ ਮੈਂ ਦਰ ਤੇਰੇ ਤੇ ਆ ਗਿਆ। ਮੇਰੀ ਸੁਣ ਲੈ ਦੁਆ ਰਾਜਿਆ ਮੈਂ ਦਰ ਤੇਰੇ ਤੇ ਆ ਗਿਆ। ਮੇਰੀ ਸੁਣ ਲੈ ਦੁਆ ਯਿਸੂ ਰਾਜਿਆ ਮੈਂ ਦਰ ਤੇਰੇ ਤੇ ਆ ਗਿਆ। ਮੇਰੀ ਸੁਣ ਲੈ ਦੁਆ
ਯਿਸੂ ਰਾਜਿਆ ਮੈਂ ਦਰ ਤੇਰੇ ਤੇ ਆ ਗਿਆ। ਜਿੰਨੇ ਵੀ ਯਿਸੂ ਮਸੀਹ ਦੇ ਦਰ ਦੇ ਉੱਤੇ ਆ ਗਏ, ਜਿਨ੍ਹਾਂ ਨੇ ਆਪਣੇ ਪਾਪਾਂ ਦੇ ਵੱਲੋਂ ਛੁਟਕਾਰਾ ਪਾ ਲਿਆ, ਮਾਫੀ ਪਾ ਲਈ ਔਰ ਉਹ ਬਚਾਏ ਗਏ। ਅਸੀਂ ਮੈਂ ਧੰਨਵਾਦ ਤੇ ਸ਼ੁਕਰਗੁਜ਼ਾਰ ਕਰਦਾ ਇੱਕ ਦਫਾ ਫਿਰ ਸੇ ਕਾਂਚੀ ਟੀਵੀ ਦੇ ਲਈ, ਜਿਨ੍ਹਾਂ ਨੇ ਇਹ ਮੌਕਾ ਦਿੱਤਾ ਕਿ ਅਸੀਂ ਤੁਹਾਡੇ ਤੱਕ ਪਹੁੰਚ ਸਕੀਏ ਇਸ ਖੁਸ਼ਖਬਰੀ ਨੂੰ ਲੈ ਕੇ। ਇੱਕ ਦਫਾ ਫਿਰ ਕਾਂਚੀ ਟੀਵੀ ਨੂੰ ਅੱਜ ਜੋ ਪੂਰਾ 1 ਸਾਲ ਚੱਲਦਿਆਂ ਹੋ ਗਿਆ, ਅਸੀਂ ਪੂਰੀ ਰਵਿਦਾਸ ਕਮਿਊਨਿਟੀ ਨੂੰ ਮੁਬਾਰਕਬਾਦ ਪੇਸ਼ ਕਰਦੇ ਹੈਗੇ ਹਾਂ ਕਿ ਹੁਣ ਦੇ ਅਸੀਂ ਇਹ ਸਾਡੀ ਇਹ ਅਰਦਾਸ ਹੈ, ਪ੍ਰਾਰਥਨਾ ਕਿ ਆਉਣ ਵਾਲੇ ਬਹੁਤ ਸਾਰੇ ਸਾਲ ਇਹ ਇਸੇ ਤਰ੍ਹਾਂ ਖੁਸ਼ੀਆਂ ਲੋਕਾਂ ਦੇ ਨਾਲ ਵੰਡਦੇ ਰਹਿਣ। ਤੇ ਆਓ ਲੋ ਇੱਕ ਜਿਸ ਤਰ੍ਹਾਂ ਅਸੀਂ ਗੀਤ ਵੀ ਗਾਇਆ ਕਿ ਮੇਰੀ ਸੁਣ ਲੈ ਦੁਆ ਯਿਸੂ ਰਾਜਿਆ ਮੈਂ ਦਰ ਤੇਰੇ ਤੇ ਆ ਗਿਆ। ਇੱਕ ਭੈਣ ਜੋ ਯਿਸੂ ਦੇ ਦਰ ਦੇ ਉੱਤੇ ਆਈ, ਜੋ ਪ੍ਰਭੂ ਨੂੰ ਨਹੀਂ ਜਾਣਦੀ ਸੀ, ਹਨੇਰੇ ਦੇ ਵਿੱਚ ਸੀਗੀ, ਉਹਦੇ ਹਨੇਰੇ ਵਿੱਚੋਂ ਕਿਸ ਤਰ੍ਹਾਂ ਉਹ ਰੋਸ਼ਨੀ ਵਿੱਚ ਆਈ। ਅਸੀਂ ਉਹਦੀ ਜ਼ਬਾਨੀ ਖੁਦ ਹੀ ਸੁਣਾਂਗੇ, ਜਿਹਦਾ ਜੋ ਮੇਰੇ ਰਾਈਟ ਹੈਂਡ ਸਾਈਡ ਤੇ ਬੈਠੇ ਹੈਗੇ ਸਿਸਟਰ ਕਮਲਜੀਤ ਹੈ, ਉਹ ਆਪਣੀ ਗਵਾਹੀ ਦੇਣਗੇ, ਦੱਸਣਗੇ ਕਿ ਯਿਸੂ ਦੇ ਦਰ ਤੇ ਆ ਕੇ ਉਹਨਾਂ ਨੂੰ ਕੀ ਮਿਲਿਆ। ਕਮਲਜੀਤ। ਹਾਂਜੀ, ਸਾਰਿਆਂ ਨੂੰ ਪਹਿਲਾਂ ਮੈਂ ਜੈ ਮਸੀਹ ਦੀ ਕਹਿੰਦੀ ਆ। I greet in the name of Jesus. ਸੱਚਮੁੱਚ ਇਹ ਜਿਹੜਾ ਗਾਣਾ ਅਸੀਂ ਸੁਣਿਆ ਆ ਕਿ ਇਹ ਸੱਚਮੁੱਚ ਇਹਦੇ ਵਿੱਚ ਇੱਕ ਗਵਾਹੀ ਆ ਸਾਡੀ। ਇਹ Just as you heard this song, there's a testimony in that song. ਸਾਡੇ ਕੋਲ ਗਵਾਹੀਆਂ ਤਾਂ ਇਹੋ ਜਿਹੀਆਂ ਆ ਜਿੱਦਾਂ ਦੀਆਂ ਕਿ ਅਸੀਂ ਸਾਰਾ ਦਿਨ ਬੈਠੇ ਰਹੀਏ ਕਿ ਉਹ ਵੀ ਮੁੱਕਣ ਵਾਲੀਆਂ ਨਹੀਂ। We got so many testimonies. If we share, it will take the whole day. ਕਿ ਇਹ ਛੋਟੀ ਜਿਹੀ ਮੈਂ ਜੋ ਆਪਣੀ ਗਵਾਹੀ ਸ਼ੇਅਰ ਕਰਨ ਜਾ ਰਹੀ ਹਾਂ ਸਾਰੇ ਭੈਣ ਭਰਾਵਾਂ ਦੇ ਨਾਲ। I just want to share a small testimony with you. ਉਹਦੇ ਤੋਂ ਪਹਿਲਾਂ ਮੈਂ ਪ੍ਰਭੂ ਦਾ ਧੰਨਵਾਦ ਕਰਨਾ ਚਾਹੁੰਦੀ ਆ Before that, I'd like to thank our God. ਕਿ ਉਹਨੇ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਇੱਥੇ ਆ ਸਕਾਂ He has made me worthy to be here, ਤੇ ਮੈਂ ਉਹਦੇ ਇੱਕ ਪਵਿੱਤਰ ਨਾਂ ਨੂੰ ਉੱਚਾ ਉਠਾ so ਸਕਾਂ। I can lift His holy name. ਕਿਉਂਕਿ ਇੱਕ ਉਹ ਨਾਮ ਆ ਜਿਹੜਾ ਸਭ ਨਾਮਾਂ ਤੋਂ ਇਲਾਵਾ ਨਾਮ ਆ। That's the name. It's a name above any earth or heaven. ਕਿਉਂਕਿ ਮੈਂ ਇੱਕ ਦਿਨ ਬਹੁਤ ਸਾਰੀ ਪਾਪਣ ਤੇ ਗੁਨੇਗਾਰ ਸੀ। I was a sinner. ਮੈਂ ਪ੍ਰਭੂ ਦਾ ਧੰਨਵਾਦ ਕਰਦੀ ਕਿ ਉਹਨੇ ਮੈਨੂੰ ਚੁਣ ਲਿਆ। I thank God He has chosen me. ਕਿਉਂਕਿ ਅਸੀਂ ਨਹੀਂ ਲੱਭਦੇ, ਪ੍ਰਭੂ ਸਾਨੂੰ ਆਪ ਲੱਭਦਾ ਆ। We don't look for God, but God looks for us. ਸਾਡੇ ਵਿੱਚ ਤਾਂ ਕੁਝ ਵੀ ਇਹੋ ਜਿਹਾ ਚੰਗਾ ਨਹੀਂ ਕਿ ਅਸੀਂ ਉਸ ਪਵਿੱਤਰ ਨਾਂ ਨੂੰ ਲੱਭ ਸਕੀਏ। Because we are so unworthy, we cannot look for a holy God. ਇੱਕ ਦਿਨ ਉਹਨੂੰ ਮੇਰੇ ਤੇ ਤਰਸ ਆ ਗਿਆ। One day He showed mercy upon me. ਮੈਂ ਥੋੜਾ ਜਿਹਾ ਦੱਸਣਾ ਚਾਹੁੰਦੀ ਆ ਕਿ ਮੈਂ ਕਿੱਦਾਂ ਪ੍ਰਭੂ ਦੇ ਵਿੱਚ ਆਈ। I just want to share with you in a few words how I became to know the Lord. ਮੈਂ ਇੱਕ ਹਿੰਦੂ ਪਰਿਵਾਰ ਤੋਂ ਆ। I was born in a Hindu family. ਮੇਰੇ ਹਸਬੰਡ ਨੇ ਇੱਕ ਕਿਸੇ ਰੀਜ਼ਨ ਦੇ ਨਾਲ ਕਿ ਉਹ ਕਾਫੀ ਬਿਮਾਰ ਪੈ ਗਿਆ। And my husband was very sick, ਐਂਡ ਮਾਈ ਡਾਟਰਸ ਵਾ। and also my daughter. ਦੋਨਾਂ ਦੇ ਇਦਾਂ ਦੀ ਇੱਕ ਗਵਾਹੀ ਸੀਗੀ ਕਿ ਉਹ ਮੇਰੇ ਹਸਬੰਡ ਨੂੰ ਕਿਸੇ ਨੇ ਹਨਾ ਕਾਲਾ ਇਲਮ ਦੇ ਨਾਲ ਜਿਹੜੇ ਜਾਦੂ ਟੂਣੇ ਚੱਲਦੇ ਆ ਉਹਨੂੰ ਕਿਸੇ ਨੇ ਕੁਝ ਕਰ ਦਿੱਤਾ ਸੀਗਾ। And somebody has done a witchcraft on my husband. ਉਹਦੀ ਵਜ੍ਹਾ ਦੇ ਨਾਲ ਉਹ ਅਸੀਂ ਕਾਫੀ ਟਾਈਮ ਦੇ ਲਈ ਪਰੇਸ਼ਾਨ ਰਹੇ। Through that time, he was really suffering. We was under depression. ਬਹੁਤ ਚਿਰ ਇਦਾਂ ਹੀ ਟਾਈਮ ਚੱਲਦਾ ਰਿਹਾ ਸਾਡਾ। As the time went by, ਸਾਰੇ ਥਾਂ ਦੇ ਉੱਤੇ ਮੈਂ ਜਾ ਕੇ ਦੇਖਿਆ and we went to so many different places. ਇੰਨਾ ਦੁਖੀ ਦਾ ਟਾਈਮ ਸੀ, ਉਹ ਦੁੱਖ ਦਾ ਟਾਈਮ ਸੀਗਾ ਕਿ ਤੁਹਾਨੂੰ ਪਤਾ ਕਿ ਜਦੋਂ ਕੋਈ ਦੁਖੀ ਹੁੰਦਾ ਆ ਉਦੋਂ ਬਾਕੀ ਦੇ ਲੋਕ ਵੀ ਤੁਹਾਨੂੰ ਛੱਡ ਦਿੰਦੇ ਆ। And that was a very bad time for us. You know that then all relatives will leave you. ਕਿਉਂਕਿ ਜਦੋਂ ਤੁਸੀਂ ਸੁੱਖ ਦੇ ਵਿੱਚ ਹੁੰਦੇ ਆ ਉਦੋਂ ਤਾਂ ਸਾਰੇ ਤੁਹਾਡੇ ਲੱਗ And when you have good time, everybody is with you. ਜਦੋਂ ਦੁਖੀ ਹੁੰਦੇ ਉਦੋਂ ਕੋਈ ਤੁਹਾਡਾ And ਸਾਥ when you're hurt, nobody wants to be with you. ਉਹ ਟਾਈਮ ਹੁੰਦਾ ਆ ਕਿ ਅਸੀਂ ਕਿੱਧਰ ਨੂੰ ਜਾਣਾ ਆ। And it's that time you don't know which way to go. ਇੱਕ ਦਿਨ ਇਦਾਂ ਜੋ ਵੀ ਸਾਡੇ ਘਰ ਦੇ ਵਿੱਚ ਹੋ ਰਿਹਾ ਸੀਗਾ, ਬਹੁਤ ਸਾਰੀਆਂ ਪ੍ਰੋਬਲਮਾਂ ਸੀਗੀਆਂ। ਹਸਬੈਂਡ ਬਿਮਾਰ ਰਹਿੰਦਾ ਸੀਗਾ, ਮੈਂ ਇਕੱਲੀ, 3 ਮੇਰੇ ਬੱਚੇ ਆ। We had so many problems in the family. My husband was sick and I've got 3 children. ਇੱਕ ਦਿਨ ਇਦਾਂ ਦਾ ਆਇਆ ਕਿ ਉਹਨੂੰ ਕੋਈ ਭਰਾ ਉਹਦੇ ਨੂੰ ਮਿਲ ਗਿਆ। And one day this happened when my husband met another brother. ਉਹਨੇ ਇੱਕ ਦਿਨ ਆ ਕੇ ਸਾਡੇ ਘਰ ਦੇ ਵਿੱਚ ਉਹ ਆਇਆ। He came to our house. ਉਹਨਾਂ ਨੇ ਪ੍ਰਾਰਥਨਾ ਕੀਤੀ ਉਹਦੇ ਲਈ। And he prayed for him. ਪਰ ਮੈਂ ਬਿਲਕੁਲ ਹੈਪੀ ਨਹੀਂ ਸੀਗੀ ਕਿ ਮੈਂ ਇਹਨਾਂ ਲੋਕਾਂ ਨੂੰ ਮੈਂ ਮਿਲਣਾ ਨਹੀਂ ਚਾਹੁੰਦੀ। I wasn't very happy because I didn't want to meet those people. ਕਿਉਂਕਿ ਜਦੋਂ ਤੁਸੀਂ ਸੱਚਾਈ ਨੂੰ ਜਾਣਦੇ ਨਹੀਂਗੇ ਤਾਂ ਉਦੋਂ ਤੁਸੀਂ ਬਹੁਤ ਕੁਝ ਕਰਦੇ ਆ। And ਕਿਉਂਕਿ when you don't know the truth, you do so many things. ਸ਼ੈਤਾਨ ਤਾਂ ਸਾਨੂੰ ਚਾਹੁੰਦਾ ਨਹੀਂ ਕਿ ਅਸੀਂ ਕਦੇ ਸੱਚਾਈ ਨੂੰ ਜਾਣੀਏ। And Satan always wants us not to hear the truth. ਉਹਨੇ ਮੇਰੇ ਕੰਨਾਂ ਨੂੰ, ਮੇਰੀਆਂ ਅੱਖਾਂ ਨੂੰ ਬੰਦ ਕੀਤਾ ਹੋਇਆ He has ਸੀ। blinded my eyes and my ears. ਪਰ ਜਿਸ ਉਸ ਦਿਨ ਪ੍ਰਾਰਥਨਾ ਹੋਈ ਤਾਂ ਮੈਂ ਉਸ ਟਾਈਮ ਘਰੋਂ ਚਲੇ ਗਈ। And when they prayed in the house, I went out. ਰਾਤ ਨੂੰ ਫੇਰ ਆਈ ਤਾਂ ਮੇਰਾ ਹਸਬੈਂਡ ਕਾਫੀ ਪੀਸ ਦੇ ਨਾਲ ਉਹ ਸੁੱਤਾ ਪਿਆ ਸੀ। When I came late night, my husband was asleep in peace. ਦੂਸਰੇ ਦਿਨ ਉਹ ਭੈਣ ਭਰਾ ਫੇਰ ਮੇਰੇ ਘਰ ਦੇ ਵਿੱਚ ਆਏ And second day they came again to my house. ਤਾਂ ਉਹਨਾਂ ਨੇ ਫੇਰ ਪ੍ਰਾਰਥਨਾ ਕੀਤੀ। And then they prayed again. ਉਹਨਾਂ ਨੇ ਪ੍ਰਾਰਥਨਾ ਕੀਤੀ, ਉਹਨਾਂ ਨੇ ਮੈਨੂੰ ਵੀ ਦੇਖਿਆ ਕਿ ਮੈਂ ਕਾਫੀ ਪਰੇਸ਼ਾਨ ਆ And ਘਰ they ਦੇ ਵਿੱਚ। prayed and they saw me. I was really upset.
ਤਾਂ ਉਹ ਮੈਨੂੰ ਪੁੱਛਣ ਲੱਗੇ ਕਿ ਤੂੰ ਕਿਉਂ ਇੰਨੀ ਪਰੇਸ਼ਾਨ ਆ। And then they asked me, why are you so upset? ਪਰ ਮੈਂ ਉਹਨਾਂ ਨੂੰ ਸਾਰੀ ਆਪਣੀ ਪਿਛਲੇ 6 ਮਹੀਨਿਆਂ ਤੋਂ ਆਪਣੀ ਸਟੋਰੀ ਦੱਸੀ, ਆਪਣੀ ਬੇਟੀ ਦੇ ਬਾਰੇ ਦੱਸਿਆ। And then I shared my story from the past 6 months and also told them about my daughter. ਕਿਉਂਕਿ ਮੇਰੀ ਬੇਟੀ ਵੀ ਮੇਰੇ ਹਸਬੰਡ ਦੇ ਨਾਲ ਉਹ ਵੀ ਕਾਫੀ ਬਿਮਾਰ ਹੋ ਗਈ। Even my daughter was sick just as my husband was. ਜਿੱਦਾਂ ਆਪਣੇ ਹਿੰਦੂ ਧਰਮਾਂ 'ਚ ਚੱਲਦਾ ਹੀ ਆ, ਲੋਕ ਕਹਿੰਦੇ ਆ ਕਿ ਉਹ ਜੇਠੇ ਦੇ ਉੱਤੇ ਸਾਰਾ ਕੁਝ ਚੱਲ ਜਾਂਦਾ ਆ। As you know, they do a witchcraft to the eldest son in the family. ਮੇਰਾ ਹਸਬੰਡ ਵੀ ਸਾਰਿਆਂ ਤੋਂ ਵੱਡਾ ਆ ਤਾਂ ਮੇਰੀ ਡਾਟਰ ਵੀ My ਮੇਰੀ son ਵੱਡੀ is eldest in the family, so is my daughter. ਉਹਦੇ ਇਦਾਂ ਦੇ ਵੱਡੇ ਇੱਕ ਫੋੜੇ ਹੁੰਦੇ ਸੀਗੇ ਜਿਹੜੇ 3 ਇੰਚ ਉੱਚੇ ਹੁੰਦੇ ਸੀ ਤਾਂ 3 ਇੰਚ ਉਹ ਚੌੜਾਈ And then she used ਲੰਬਾਈ। to get abscesses about 3 inch wide and 3 inch width. Yeah. ਮੈਂ ਉਹਦਾ 2 ਵਾਰੀ already ਆਪਰੇਸ਼ਨ ਕਰਾ ਚੁੱਕੀ ਸੀ। And she already had operated for twice. ਮੈਂ ਥਰਡ ਟਾਈਮ ਜਾਣਾ I ਸੀਗਾ। was going to go on the third time. ਜਦੋਂ ਉਹਨਾਂ ਨੇ ਮੇਰੇ ਲਈ ਪ੍ਰਾਰਥਨਾ ਕੀਤੀ, And when they prayed for me, ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਦਾਂ ਪਰੇਸ਼ਾਨ ਆ। and then I told them how upset I was. ਤਾਂ ਉਹਨਾਂ ਨੇ ਕਿਹਾ ਕਿ ਬੇਟੀ ਦਾ ਨਾਮ ਦੱਸੋ। And they says, what's your daughter's name? ਮੈਂ ਉਹਨਾਂ ਨੂੰ ਕਿਹਾ ਕਿ ਉਹਦਾ ਨਾਮ ਸਬਰੀਨਾ। I told him it's Sabrina. ਮੈਂ ਉਹਨੂੰ ਮੈਂ ਉੱਪਰ ਪਾਇਆ ਹੋਇਆ ਸੀ ਅਪਸਟੇਅਰ। And she was lying upstairs. ਜਦੋਂ ਉਹਨਾਂ ਨੇ ਪ੍ਰਾਰਥਨਾ ਕੀਤੀ ਤਾਂ ਮੈਨੂੰ ਬੜੀ ਸ਼ਾਂਤੀ ਮਿਲੀ। And when they prayed for me, I really felt the peace. ਮੇਰੇ ਹਸਬੰਡ ਲਈ ਵੀ ਕੀਤੀ, ਮੇਰੀ ਬੇਟੀ ਲਈ ਵੀ ਕੀਤੀ। Prayed for my husband and my daughter. ਜਦੋਂ ਮੈਂ ਆਪਣੀ ਬੇਟੀ ਦੇ ਪ੍ਰਾਰਥਨਾ ਕਰਾਈ ਤਾਂ ਮੈਂ ਉੱਪਰ ਸਾਰੇ ਅਸੀਂ ਪੂਰੀ ਦੀ ਪੂਰੀ ਫੈਮਿਲੀ ਜਾ ਕੇ ਸੌਂ ਗਏ। And when they prayed, we went upstairs and went to sleep, the whole family. ਉਹ ਦਿਨ ਸੀ 6 ਮਹੀਨਿਆਂ ਤੋਂ ਬਾਅਦ ਆ ਕਿ ਅਸੀਂ ਚੰਗੀ ਤਰ੍ਹਾਂ ਪੀਸ ਦੇ ਨਾਲ That was ਸੌਂ after ਸਕਦੇ 6 months we slept in peace. ਜਦੋਂ ਮੈਂ ਸੌ ਗਈ ਤਾਂ ਸਵੇਰ ਨੂੰ ਉੱਠੀ। When I went to sleep, as I woke up in the morning, ਜਦੋਂ ਮੈਂ ਆਪਣੀ ਬੇਟੀ ਨੂੰ ਮੈਨੂੰ ਚੇਤਾ ਆਇਆ ਕਿ ਮੈਂ ਤਾਂ ਆਪਣੀ ਬੇਟੀ ਦੇਖੀ ਨਹੀਂ, ਸ਼ਾਇਦ ਉਹ ਪਤਾ ਨਹੀਂ ਕੀ ਹੋ ਗਿਆ ਹੋਗਾ ਉਹਨੂੰ। and I just remember I didn't see my daughter. I was just wondering what would happen to her. ਜਦੋਂ ਮੈਂ ਉਹਨੂੰ ਦੇਖਿਆ ਤਾਂ ਉਹਦਾ ਪਾਸਾ ਜਿੱਧਰ ਨੂੰ ਉਹਦਾ ਫੋੜਾ ਸੀ ਉਹ ਉਧਰ ਨੂੰ ਪਈ ਸੀ। And when I went to see her, she was lying on the other side where the abscess was. ਤਾਂ ਮੈਂ ਉਹਨੂੰ ਬੋਲਣ ਲੱਗ ਗਈ ਕਿ ਇਹਨੇ ਸਾਰਾ ਕੁਝ ਆਪਣਾ ਕੱਪੜੇ ਲੀੜੇ ਖਰਾਬ ਕਰ ਲਏ ਹੋਣੇ ਆ। And as I was shouting at her, I thought maybe she has messed the bed. ਪਰ ਇਹ ਮੇਰਾ ਦੱਸਣ ਦਾ ਰੀਜ਼ਨ ਜਿਹੜਾ ਉਹ ਉੱਥੇ ਫੋੜਾ ਸੀਗਾ ਉੱਥੇ ਉਸ ਟਾਈਮ ਤੇ ਉਹ ਹੈ ਨਹੀਂ ਸੀਗਾ। And that abscess what she had, it had disappeared. ਇਹ ਚੀਜ਼ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। And this really shook me. ਮੈਨੂੰ ਪਤਾ ਲੱਗ ਗਿਆ ਕਿ ਸੱਚਮੁੱਚ ਕੋਈ ਜਿੰਦਾ ਵੀ ਹੈ ਪਰਮੇਸ਼ਵਰ। ਮੈਂ ਸੋਚਦੀ ਨਹੀਂ ਸੀ ਕਿ ਕੋਈ ਜਿੰਦਾ ਵੀ ਆ। I never thought there was a living God, but that time I felt there is a living God. ਮੇਰੇ ਦਿਲ ਦੇ ਵਿੱਚ ਕੋਈ ਯਿਸੂ ਦੇ ਲਈ ਮੈਨੂੰ ਪਤਾ ਨਹੀਂ ਸੀ ਬਿਲਕੁਲ ਵੀ। Because I never knew anything about Jesus. ਪਰ ਉਹ ਜਿਹੜੀ ਮੇਰੀ ਬੇਟੀ ਦੀ ਗਵਾਹੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। My daughter's testimony changed my life. ਇਹੋ ਜਿਹੀਆਂ ਗਵਾਹੀਆਂ ਮੇਰੇ ਕੋਲ ਬਹੁਤ ਸਾਰੀਆਂ I ਹਨ। have got so many testimonies like this. ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੇ ਬੱਚੇ ਤਾਂ ਮੇਰਾ ਹਸਬੰਡ ਅਸੀਂ ਸਾਰੇ ਪ੍ਰਭੂ ਦੇ ਵਿੱਚ ਆ। From that day up to now, we are all believers and we walk with the Lord. ਬੜੀ ਇੱਕ ਅੱਛੀ ਜ਼ਿੰਦਗੀ ਬਤੀਤ ਕਰ ਰਹੇ ਹਾਂ। And we are living a good life. ਮੈਂ ਬਸ ਇਹ ਦੱਸਣਾ ਚਾਹੁੰਦੀ ਕਿ ਜਦੋਂ ਸਾਡੇ ਕੰਨ ਅੱਖਾਂ ਬੰਦ ਹੁੰਦੀਆਂ ਆ ਸਾਨੂੰ ਸਿਰਫ ਸੱਚਾਈ ਨੂੰ ਜਾਣਨ ਦੀ I just want ਜ਼ਰੂਰਤ to ਹੈ। say when our ears and our eyes are blind, we need to see the truth. ਕਿਉਂਕਿ ਸ਼ੈਤਾਨ ਸਾਡੇ ਰਸਤਿਆਂ ਦੇ ਵਿੱਚ ਬਹੁਤ ਸਾਰੇ ਕੰਡੇ And ਵਿਛਾਉਂਦਾ ਹੈ। Satan brings many troubles in our path. ਪਹਿਲਾਂ ਸਾਨੂੰ ਉਹ ਕੁਝ ਨਹੀਂ ਕਹਿੰਦਾ। First, he doesn't say anything. ਜਦੋਂ ਅਸੀਂ ਸੱਚਾਈ ਨੂੰ ਜਾਣਦੇ ਆ ਉਦੋਂ ਉਹ ਵੀ ਵਿੱਚ ਆਉਂਦਾ ਹੈ। When we find the truth, then he will come in. ਕਿਉਂਕਿ ਮੈਂ ਇਦਾਂ ਨਹੀਂ ਕਹਿੰਦੀ ਕਿ ਤੁਸੀਂ ਯਿਸੂ ਦੇ ਕੋਲ ਆਓ ਤੁਹਾਡਾ ਸਾਰਾ ਕੁਝ ਫਿਨਿਸ਼ ਹੋ ਜਾਣਾ ਹੈ। ਬਾਈਬਲ ਇਦਾਂ ਕਿਤੇ ਵੀ ਨਹੀਂ I'm ਦੱਸਦੀ। not saying if you come to know Lord Jesus, everybody finished. The word of God does not say that. ਪਰ ਸਾਨੂੰ ਇੰਨਾ ਪਤਾ ਕਿ ਅਸੀਂ ਮਰ ਕੇ ਕਿੱਥੇ ਜਾਣਾ ਹੈ। But we know when we die, where we're going to go after death. ਇਹ ਮੇਰਾ ਯਿਸੂ ਸਭ ਕੁਝ ਕਰ ਸਕਦਾ ਹੈ। Only our Lord Jesus can do this. ਹੋਰ ਕੋਈ ਨਹੀਂ। And there's no one else. ਕਿਉਂਕਿ ਉਹਨੇ ਮੇਰੀ ਜ਼ਿੰਦਗੀ ਨੂੰ ਚੇਂਜ ਕੀਤਾ। Because he has changed my life. ਕਿਉਂਕਿ ਮੈਂ ਉਹ ਬੁੜੀ ਸੀਗੀ, ਮੈਂ ਆਪਣੇ ਹਸਬੰਡ ਦਾ ਕਰਕੇ ਜਿੱਥੇ ਨਾ ਕਿੱਥੇ ਮੈਨੂੰ ਲੋਕ ਦੱਸਦੇ ਸੀ ਮੈਂ ਉੱਥੇ ਜਾਂਦੀ I ਸੀ। was that lady. I used to take my husband wherever people would tell me to go. ਤਾਂ ਮੈਂ ਜਿਹੜੇ ਸੁੱਤੇ ਪਏ ਲੋਕ ਆ ਮੈਂ ਉਹਨਾਂ ਨੂੰ ਕਹਿੰਦੀ ਆ ਕਿ ਪਲੀਜ਼ ਇੱਕ ਵਾਰੀ ਸੱਚਾਈ ਨੂੰ ਜਾਣ ਕੇ And ਦੇਖੋ। those people are still asleep. I'm just requesting before them, please go to the truth and see the truth. ਜੋ ਵੀ ਕੁਝ ਕਰਨ ਤੋਂ ਪਹਿਲਾਂ ਸਾਨੂੰ ਸੱਚਾਈ ਜਾਣਨੀ ਬਹੁਤ Before ਜ਼ਰੂਰੀ you ਹੈ। do anything, we need to know the truth. ਸਾਰਾ ਕੁਝ ਮੈਂ ਯਿਸੂ ਦੇ ਨਾਮ ਦੇ ਵਿੱਚ ਮੰਗ ਕੇ ਪਾਉਣੀ ਆ। I ask this everything in the mighty name of Jesus. ਜੋ ਵੀ Amen. ਤੁਸੀਂ ਸੁਣਿਆ ਆ ਮੇਰਾ ਯਕੀਨ ਆ, ਮੇਰਾ ਭਰੋਸਾ ਆ ਕਿ ਤੁਸੀਂ ਇਹ ਤੋਂ ਬਹੁਤ ਸਾਰੀ ਬਰਕਤ ਪਾਈ ਹੋਗੀ। I'm sure all those who have listened and heard, you must have received blessing. ਥੈਂਕ ਯੂ ਵੈਰੀ ਮਚ। ਬਹੁਤ ਅੱਛਾ। ਆਪਣੀ ਜਦੋਂ ਅਸੀਂ ਆਪਣੇ ਗੁਨਾਹਾਂ ਨੂੰ ਆਪਣੇ ਪਾਪਾਂ ਨੂੰ ਲੁਕਾਉਂਦੇ ਹੈਗੇ ਆ ਤੇ ਅਸੀਂ ਇੱਕ ਪਾਪ ਕਰਦੇ ਹੈਗੇ ਕਿ ਪਰਮੇਸ਼ਰ ਕਿ ਇੱਕ ਦਿਨ ਹੈਗਾ ਕਿ ਪਰਮੇਸ਼ਰ ਸਾਨੂੰ ਲੱਭ ਲਵੇਗਾ। ਤੇ ਕਿਉਂ ਨਹੀਂ ਅਸੀਂ ਇਸ ਤੋਂ ਪਹਿਲਾਂ ਕਿ ਸਾਡੀਆਂ ਅੱਖਾਂ ਬੰਦ ਹੋ ਜਾਣ, ਇਸ ਤੋਂ ਪਹਿਲਾਂ ਕਿ ਅਸੀਂ ਇਸ ਦੁਨੀਆ ਚੋਂ ਚਲੇ ਜਾਈਏ ਤੇ ਕਿਉਂ ਨਹੀਂ ਅਸੀਂ ਆਪਣੇ ਨਾਤਾ ਤੇ ਆਪਣਾ ਰਿਸ਼ਤਾ ਉਸ ਸੱਚੇ ਪਰਮੇਸ਼ਰ ਦੇ ਨਾਲ ਜੋੜ ਲਈਏ। ਕਿਉਂਕਿ ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਦੁਨੀਆ ਤੋਂ ਲੋਕ ਜਾ ਰਹੇ ਹੈਗੇ। ਪਿਛਲੇ ਹਫਤੇ ਸਾਡੇ ਬਜ਼ੁਰਗ ਅੰਕਲ ਰੂਪਲਾਲ ਜੀ ਚਲੇ ਗਏ। ਉਸ 2 ਦਿਨ ਦੇ ਬਾਅਦ ਸਾਡੇ ਅੰਕਲ
ਤਲ ਮਸੀਹ ਚਲੇ ਗਏ ਕਿ ਇਹ ਮੇਲਾ ਪੈਣ ਉੱਤੇ ਪਈ 2 ਦਿਨ ਦਾ ਹੈਗਾ, ਕਦੋਂ ਕਿ ਇਹਨੇ ਵਿਛੜ ਜਾਣਾ ਕਿਸੇ ਨੂੰ ਪਤਾ ਨਹੀਂ। ਇਸ ਤੋਂ ਪਹਿਲਾਂ ਕਿ ਇਹ ਟਾਈਮ ਅੱਜ ਵੀ, ਇਸ ਤੋਂ ਪਹਿਲਾਂ ਕਿ ਜ਼ਿੰਦਗੀ ਦਾ ਦੀਵਾ ਬੁੱਝ ਜਾਏ ਤੇ ਯਿਸੂ ਦੇ ਨਾਲ ਆਪਣੀ ਮੁਲਾਕਾਤ ਕਰੀਏ। ਤੇ ਮੇਰੇ ਨਾਲ ਮਿਲ ਕੇ ਇਹ ਮੇਲਾ 4 ਦਿਹਾੜੇ ਦਾ, ਓਏ ਇਹ ਮੇਲਾ 4 ਦਿਹਾੜੇ ਦਾ, ਕੁਝ ਆਵੇ ਦਾ ਕੁਝ ਹਾਰੇ ਦਾ, ਓਏ ਇਹ ਮੇਲਾ 4 ਦਿਹਾੜੇ ਦਾ, ਓਏ ਇਹ ਮੇਲਾ 4 ਦਿਹਾੜੇ ਪਤਾ ਨਹੀਂ ਉਸ ਦਿਹਾੜੇ ਦਾ, ਓਏ ਇਹ ਮੇਲਾ 4 ਦਿਹਾੜੇ ਦਾ, ਓਏ ਇਹ ਮੇਲਾ 4 ਦਿਹਾੜੇ ਦਾ। ਮਾਲ ਮਤਾ ਸਭ ਸਾਥੀ ਤੇਰਾ, ਕੰਮ ਨ ਤੇਰਾ ਆਉਣਾ ਏ, ਉਹ ਸੱਜਣਾ ਮਿੱਤਰਾਂ ਭੈਣ ਭਰਾਵਾਂ ਆਖਰ ਨੂੰ ਛੱਡ ਜਾਣਾ ਏ। ਮਾਲ ਮਤਾ ਸਭ ਸਾਥੀ ਤੇਰਾ, ਕੰਮ ਨ ਤੇਰਾ ਆਉਣਾ ਏ, ਉਹ ਸੱਜਣਾ ਮਿੱਤਰਾਂ ਭੈਣ ਭਰਾਵਾਂ ਆਖਰ ਨੂੰ ਛੱਡ ਜਾਣਾ ਏ। ਇਹ ਸਾਥ ਹੈ 4 ਦਿਹਾੜੇ ਦਾ, ਓਏ ਇਹ ਮੇਲਾ 4 ਦਿਹਾੜੇ ਦਾ, ਓਏ ਇਹ ਮੇਲਾ 4 ਦਿਹਾੜੇ ਦਾ। ਠੀਕ ਹੈ, ਥੈਂਕ ਯੂ ਵੈਰੀ ਮਚ। ਹੁਣ ਤੁਸੀਂ ਚਲੇ ਜਾਓ, ਆਪਣਾ ਆ ਲਾ ਦਿਓ ਮਾਈਕ। ਹਾਂਜੀ I'll come to I'm going to stay here. I'm going to stay here. I will check. Is that going to be a problem because I'm going to be speaking, he's going to be translating. So that we need to be together, right? या तो फिर मैं आपके बारे में अच्छा मैं क्या ना नहीं तो बैठा है ਤੁਸੀਂ ਇੱਥੇ ਆ ਜਾਓ ਤੁਸੀਂ ਮੈਂ ਇਧਰ ਆ ਜਾਓ ਆ ਤੁਸੀਂ ਜਦ ਦੋਨੇ ਇਹ ਸਾਈਡ ਤੇ ਬੈਠੋ ਇਹ ਵੀ ਹਮ ਸਾਹਮਣੇ ਕਾਲ ਕਰ सकते हैं और आता था मैं या if you want to या जो want to ऑपोजिट और सर किधर जा रहे हैं हाँ ठीक कदम मैं गंदा से let me sit there let John sit here ਤੁਸੀਂ ਉੱਥੇ introduction ਕਰਕੇ ਆਏ ਹਾਂ ਕਿੰਨੇ ਜੀ ਤੋਂ ਅਸੀਂ ਇਹ ਕੰਮ ਹੋ ਕੇ ਬੈਠੇ ਹਾਂਜੀ ਇਦਾਂ ਕਰ ਲਓ मैं can I sit here चुप ठीक है ਤੁਸੀਂ ਇਧਰ ਹਾਂ ਮੈਂ ਉੱਥੇ ਨਹੀਂ ਉਹਨਾਂ ਨੂੰ ਮੇਰੇ ਬੰਦਾ ਹੈ ਉਹਨਾਂ open oh
So I'm in that one now, ना? ठीक है? तो सेंटर वाला कोई नहीं ना? सेंटर ਆਪਾਂ ਲੌਂਗ ਡਰਾਈਵ ਕਰ ਇਹ ਥੋੜੀ ਸਿੰਗਲ ਤੇ ਹੋਣਾ So I just need to look at that one, eh? ਤੁਸੀਂ keep on ਉਹਦੇ 'ਚ ਹੀ ਬੋਲਣਾ ਹੈ ਕਿ ਤੁਸੀਂ don't put some smile on like this, you know? I don't want to smile. I don't want to smile. I'm very serious person. I'm very serious person. ਜਦੋਂ ਨਾ ਜਦੋਂ ਪ੍ਰੀਚਿੰਗ ਹੋ ਗਈ ਫੋਨ ਆ ਗਈ ਫਿਰ ਭਾਵੇਂ ਦੋਨਾਂ ਨੂੰ ਜੇ ਤੁਹਾਡਾ ਹਾਂਜੀ ਅੱਛਾ ਉਹ ਆਪਣਾ ਉਹ ਫੋਨ ਤਾਂ ਤਾਰਿਕ ਸਾਹਿਬ ਕਹਿੰਦੇ ਔਨ ਹੋ ਗਏ ਨਾ Chapter 11. Yeah, that's right. I'm going to introduce Pastor and Donina and John, right? Then I'm going to hand it over to them. Okay. All right. Lucky Banata. 53 ਤੇ ਐਂਡ ਹੋ ਜਾਣਾ ਉਹ ਦੇ ਕਲੱਕ 53 ਤੇ ਹਾਂਜੀ ਉਹ ਦੇ ਕਲੱਕ ਪਿਆ ਸਾਹਮਣੇ including 10 ਤੋਂ ਉੱਪਰ ਚਲਾ ਜਾਏਗਾ ਨਾ ਜਦੋਂ ਮਤਲਬ 50 ਤੇ ਆਪਾਂ ਦੁਆ ਕਰ ਦੇਣੀ ਹਾਂ ਜਦੋਂ 10 ਹਾਂਜੀ ਹਾਂ 50 ਤੇ ਜਦੋਂ 10 ਤੇ ਚਲਾ ਗਿਆ ਨਾ ਉੱਪਰ ਹਾਂ ਓਕੇ ਉੱਥੋਂ ਦੁਆ ਕਰ ਲਈਓ ਠੀਕ ਹੈ ਠੀਕ ਖਰੇ ਤੇ ਕਹਿੰਦੇ ਕੱਟ ਦੇਣਾ ਉਹਨੇ alright जितो मैं नाम पता लग गया रिपीट इन सिंपल इंग्लिश प्लीज हैं? जितो नाम पता लग गया रिपीट इन सिंपल इंग्लिश कोई नहीं Millions of people watching right now. thanks Ashok हीरो thank you very much for putting the even more pressure on me Canada there's millions of people watching me We'll have Usha's testimony next time. 50 seconds Okay. makeup लिपस्टिक लिपस्टिक Yeah, Mike, अच्छा लगा. फर्स्ट फॉरगॉट हिज लिपस्टिक Song कितना सुंदर आ रहा है. बहुत अच्छा है हाँ? ठीक सी. बढ़िया है मैं दो रुपए काट देते. हाँ 28 seconds. thank you make up your mind ਮੇਰਾ ਟਾਈਮ ਲੰਘੀ ਜਾਂਦਾ 8 7 6 5 Welcome back to Heaven's Gate Television. ਇੱਕ ਤਾਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਕਰਦੇ ਹਾਂ ਸੈਕੰਡ ਹਾਫ ਦੇ ਵਿੱਚ ਵੀ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਮੈਂ ਸ਼ੁਕਰਗੁਜ਼ਾਰ ਕਰਦਾ ਸਾਡੇ ਆਏ ਹੋਏ ਮਹਿਮਾਨ ਜੋ ਪਾਸਟਰ ਰੈਵਰੈਂਡ ਰਵੀ ਸਿੰਘ ਜੀ ਸਾਡੇ ਨਾਲ ਨੇ ਉਹ ਅੱਜ ਪ੍ਰਭੂ ਦਾ ਸੰਦੇਸ਼ ਤੁਹਾਡੇ ਨਾਲ ਸ਼ੇਅਰ ਕਰਨਗੇ ਔਰ ਉਹਦੇ ਨਾਲ ਜੋ ਬ੍ਰਦਰ ਜੌਨ ਮੈਸੀ ਜੀ ਹਨ ਉਹ ਉਹਦੇ ਨਾਲ ਤਰਜਮਾ ਕਰਨਗੇ ਤਰਜਮਾ ਕਰਨ ਦਾ ਮਤਲਬ ਇਹ ਹੈ ਕਿ ਤਾਂ ਕਿ ਅਸੀਂ ਸਾਰੇ ਜਿੰਨੇ ਵੇਖ ਰਹੇ ਹਾਂ ਪ੍ਰੋਗਰਾਮ ਨੂੰ ਸਾਰੇ ਸੁਣ ਸਕੀਏ ਔਰ ਸਾਰੇ ਉਹਨੂੰ ਸਮਝ ਸਕੀਏ ਕਿ ਪ੍ਰਭੂ ਦਾ ਵਚਨ ਸਾਨੂੰ ਅੱਜ ਕੀ ਕਹਿਣ ਜਾ ਰਿਹਾ ਹੈ ਤਾਂ ਕਿ ਕਿਸੇ ਦੇ ਵਿੱਚ ਕੋਈ ਕੰਫਿਊਜ਼ਨ ਨਾ ਰਹਿ ਜਾਵੇ ਕਿਉਂਕਿ ਮੈਨੂੰ ਇੰਗਲਿਸ਼ ਹੀ ਸਮਝਣ ਲੱਗੀ ਜਾਂ ਕੋਈ ਕਹੇ ਕਿ ਮੈਨੂੰ ਪੰਜਾਬੀ ਦੀ ਸਮਝਣ ਲੱਗੀ ਤੇ ਇਸ ਲਈ ਅਸੀਂ
ਇਹਨਾਂ ਦੋ ਲੈਂਗੁਏਜ ਦੇ ਵਿੱਚ ਅਸੀਂ ਇਹ ਪ੍ਰਭੂ ਦੇ ਵਚਨ ਨੂੰ ਸੁਣਾਂਗੇ, ਦੇਖਾਂਗੇ ਕਿ ਪਰਮੇਸ਼ਵਰ ਅੱਜ ਆਪਣੇ ਖਾਦਮ ਆਪਣੇ ਸੇਵਕ ਦੇ ਰਜ਼ੀਏ ਸਾਡੇ ਨਾਲ ਕੀ ਹਮਕਲਾਮ ਹੋਣ ਕਰ ਰਹੇ ਨੇ। ਤੇ ਅਸੀਂ ਆਪਣੇ ਮੈਂ ਇੰਟਰੋਡਿਊਸ ਕਰਦਾ ਆਪਣੇ ਪਾਸਟਰ ਰਵੀ ਸਿੰਘ ਜੀ ਦਾ ਕਿ ਉਹ ਅੱਜ ਦਾ ਵਚਨ ਪ੍ਰਭੂ ਦਾ ਜੋ ਸੰਦੇਸ਼ ਲੈ ਕੇ ਆਏ ਸਾਡੇ ਨਾਲ ਸ਼ੇਅਰ ਕਰਨਗੇ। ਐਂਡ ਜੌਨ ਮੈਸੀ obviously is going to translate for us. Okay, God bless you and gentlemen, welcome. Thank you, Pastor Ashok. Let's turn to now the Word of God. ਆਓ ਆਪਾਂ ਪਰਮੇਸ਼ਵਰ ਦੇ ਵਚਨ ਦੇ ਵੱਲ ਵਧੀਏ। The reading today is from Hebrews chapter 11. ਜੋ ਅਸੀਂ ਵਚਨ ਪੜ੍ਹਨਾ ਆ ਉਹ ਇਬਰਾਨੀਆਂ ਔਰ ਉਹਦਾ 11 ਅਧਿਆਇ I'm going to read the first 12 verses. ਔਰ ਉਸ ਦੇ ਪਹਿਲੇ 12 ਆਇਤਾਂ ਜਿਹੜੀਆਂ ਨੇ 12 ਵਚਨ ਨੇ ਜਿਹੜੇ ਉਹ ਪੜਾਂਗੇ। Now faith is being sure of what we hope for and certain of what we do not see. ਇਬਰਾਨੀਆਂ ਉਹਦਾ 11 ਅਧਿਆਇ ਪਹਿਲੀ ਆਇਤ ਵਿੱਚ ਲਿਖਿਆ ਕਿ ਹੁਣ ਨਿਸ਼ਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ। This is what the ancients were commended to. ਅਤੇ ਇਸੇ ਵਿਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ। By faith we understand that the universe was formed at God's command, so that what is seen was not made out of what was visible. ਨਿਸ਼ਚਾ ਨਾਲ ਅਸੀਂ ਜਾਣਦੇ ਹਾਂ ਕਿ ਜਗਤ ਪਰਮੇਸ਼ਵਰ ਦੇ ਫਰਮਾਨ ਦੇ ਨਾਲ ਸਾਜਿਆ ਗਿਆ ਅਤੇ ਜੋ ਕੁਝ ਵੇਖਣ ਵਿੱਚ ਆਉਂਦਾ ਹੈ ਸੋ ਡਿੱਠੀਆਂ ਹੋਈਆਂ ਵਸਤਾਂ ਵਿੱਚੋਂ ਨਹੀਂ ਬਣਿਆ ਹੈ। By faith Abel offered God a better sacrifice than Cain did. By faith he was commended as a righteous man when God spoke well of his offerings, and by faith he still speaks even though he is dead. ਨਿਸ਼ਚਾ ਨਾਲ ਹਾਬਲ ਨੇ ਕਾਇਨ ਨਾਲੋਂ ਪਰਮੇਸ਼ਵਰ ਦੇ ਅੱਗੇ ਉੱਤਮ ਬਲੀਦਾਨ ਚੜਾਇਆ, ਜਿਸ ਕਰਕੇ ਸਾਖੀ ਦਿੱਤੀ ਗਈ ਭਈ ਉਹ ਧਰਮੀ ਹੈ, ਕਿਉਂ ਜੋ ਪਰਮੇਸ਼ਵਰ ਨੇ ਉਹਦੀ ਭੇਟਾ ਦੇ ਵਿਖੇ ਸਾਖੀ ਦਿੱਤੀ ਅਤੇ ਉਹ ਉਸ ਨਿਸ਼ਚਾ ਦੇ ਰਾਹੀਂ ਉਹ ਹੁਣ ਤੱਕ ਬੋਲਦਾ ਹੈ ਭਾਵੇਂ ਉਹ ਮਰ ਗਿਆ। By faith Enoch was taken from this life so that he did not experience death. He could not be found because God had taken him away. For before he was taken, he was commended as one who pleased God. ਨਿਸ਼ਚਾ ਨਾਲ ਹਨੋਕ ਉਤਾਂ ਚੁੱਕਿਆ ਗਿਆ ਭਈ ਮੌਤ ਨਾ ਵੇਖੇ ਅਤੇ ਉਹਦਾ ਪਤਾ ਨਾ ਲੱਗਾ, ਇਸ ਲਈ ਜੋ ਪਰਮੇਸ਼ਵਰ ਨੇ ਉਹਨੂੰ ਉਤਾਂ ਚੁੱਕ ਲਿਆ, ਕਿਉਂ ਜੋ ਉਹਦੇ ਉਤਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ ਭਈ ਉਹ ਪਰਮੇਸ਼ਵਰ ਦੇ ਮਨ ਪਾਉਂਦਾ ਹੈ। Now this next verse is very important. Please listen carefully. And without faith it is impossible to please God, because anyone who comes to him must believe that he exists and that he rewards those who earnestly seek him. ਬਾਣੀ ਦਾ ਅਗਲਾ ਵਚਨ ਜਿਹੜਾ ਧਿਆਨ ਨਾਲ ਸੁਣਨਾ, ਕਿਉਂਕਿ ਬਹੁਤ ਇੱਕ ਖਾਸ ਗੱਲ ਪਰਮੇਸ਼ਵਰ ਨੇ ਲਿਖੀ ਹੈ। ਕਹਿੰਦਾ ਅਤੇ ਨਿਸ਼ਚਾ ਬਾਝੋਂ ਉਹਦੇ ਮਨ ਨੂੰ ਪਾਉਣਾ ਅਣਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ਵਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣੇ ਤਾਲਵਾਂ ਦਾ ਫਲ ਦਾਤਾ ਹੈ। By faith Noah, when warned about things not yet seen, in holy fear built an ark to save his family. By his faith he condemned the world and became heir of the righteousness that comes by faith. ਨਿਸ਼ਚਾ ਨਾਲ ਨੂਹ ਨੇ ਪਰਮੇਸ਼ਵਰ ਕੋਲੋਂ ਉਹਨਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਿਮ ਕੇ ਆਪਣੇ ਘਰ ਦੇ ਬਚਾਓ ਲਈ ਕਿਸ਼ਤੀ ਬਣਾਈ, ਅਤੇ ਉਸ ਨਿਸ਼ਚਾ ਦੇ ਕਾਰਨ ਉਹਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਹ ਧਰਮ ਦਾ ਅਧਿਕਾਰੀ ਹੋਇਆ ਜਿਹੜਾ ਨਿਸ਼ਚਾ ਤੋਂ ਹੀ ਹੁੰਦਾ ਹੈ। By faith Abraham, when called to go to a place he would later receive as his inheritance, obeyed and went, even though he did not know where he was going. ਨਿਸ਼ਚਾ ਨਾਲ ਅਬਰਾਹਮ ਜਾਂ ਸੱਦਿਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹਨੂੰ ਉਹਨੇ ਅਧਿਕਾਰ ਵਿੱਚ ਲੈਣਾ ਸੀ, ਭਾਵੇਂ ਉਹ ਨਹੀਂ ਜਾਣਦਾ ਸੀ ਮੈਂ ਕਿੱਧਰ ਨੂੰ ਚਲਾ ਲਗਾ ਜਾਂਦਾ ਹਾਂ ਤਾਂ ਵੀ ਨਿਕਲ ਤੁਰਿਆ। By faith he made his home in the promised land like a stranger in a foreign country. He lived in tents, as did Isaac and Jacob, who were heirs with him of the same promise. ਨਿਸ਼ਚਾ ਨਾਲ ਉਹ ਵਾਅਦੇ ਵਾਲੀ ਧਰਤੀ ਵਿੱਚ ਜਾ ਵਸਿਆ, ਜਿਵੇਂ ਪੁਰਾਈ ਧਰਤੀ ਵਿੱਚ ਉਹਨੇ ਇਸਰਾਇਲ ਅਤੇ ਯਾਕੂਬ ਦੇ ਨਾਲ ਜਿਹੜੇ ਉਹਦੇ ਸੰਗ ਉਸੇ ਵਾਅਦੇ ਦੇ ਅਧਿਕਾਰੀ ਸਨ ਤੰਬੂਆਂ ਵਿੱਚ ਵਾਸ ਕੀਤਾ। We'll stop there. The message basically tells you today the Bible speaks about faith. ਇੱਥੇ ਅਸੀਂ ਰੁਕਦੇ ਹਾਂ ਥੋੜਾ ਜਿਹਾ, ਔਰ ਪ੍ਰਭੂ ਦਾ ਵਚਨ ਜੋ ਪਰਮੇਸ਼ਵਰ ਦੀ ਬਾਣੀ ਬਾਈਬਲ ਸਾਨੂੰ ਦੱਸਦੀ ਆ ਵਿਸ਼ਵਾਸ ਦੇ ਬਾਰੇ। In the Gospel of Mark in chapter 4 we read about a story. In the Gospel of Mark in chapter 4. ਮਰਕਸ ਦੀ ਇੰਜੀਲ ਦੇ ਵਿੱਚ ਅਸੀਂ ਉਹਦੇ ਚੌਥੇ ਅਧਿਆਇ ਦੇ ਵਿੱਚ ਇੱਕ ਕਹਾਣੀ ਹੈ ਜਿਹਨੂੰ ਅਸੀਂ ਪੜ੍ਹਦੇ ਹਾਂ। And there we read that Jesus was asleep on a boat. ਔਰ ਉੱਥੇ ਅਸੀਂ ਇਦਾਂ ਪੜ੍ਹਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਇੱਕ ਕਿਸ਼ਤੀ ਜਾ ਰਹੀ ਹੈ, ਉਹਦੇ ਵਿੱਚ ਸੁੱਤੇ ਪਏ ਆ। He was on that boat with his disciples. ਔਰ ਉਹਦੇ ਸ਼ਾਗਿਰਦ ਜਿਹੜੇ ਚੇਲੇ ਸੀ ਉਹ ਵੀ ਨਾਲ ਹੈ। And the Bible tells us that a great storm came up. ਔਰ ਵਚਨ ਇਦਾਂ ਦੱਸਦਾ ਕਿ ਉਸ ਵੇਲੇ ਇੱਕ ਬਹੁਤ ਵੱਡਾ ਤੂਫਾਨ ਜਿਹੜਾ ਸੀ ਉੱਥੇ ਪਾਣੀ ਵਿੱਚ ਆ ਗਿਆ। And the disciples began to fear for their lives. ਤਾਂ ਇਸੇ ਕਾਰਨ ਜਿਹੜੇ ਚੇਲੇ ਸ਼ਾਗਿਰਦ ਸੀਗੇ ਉਹ ਆਪਣੀ ਜਾਨਾਂ ਦੇ ਲਈ ਡਰਨ ਲੱਗ ਗਏ। And they woke Jesus up and they said to him, "How can you sleep when our lives are in danger?" ਤਾਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਉਠਾਇਆ ਔਰ ਕਹਿੰਦੇ ਕਿ ਇਦਾਂ ਕਿੱਦਾਂ ਹੋ ਸਕਦਾ ਜਦੋਂ ਅਸੀਂ ਖਤਰੇ 'ਚ ਆ ਤਾਂ ਤੁਸੀਂ ਤਾਂ ਸੁੱਤੇ ਪਏ ਆ। But Jesus rebuked the wind and he calmed the storm.
ਔਰ ਪ੍ਰਭੂ ਯਿਸੂ ਮਸੀਹ ਨੇ ਜਿਹੜੀ ਹਵਾ ਸੀ ਬਹੁਤ ਤੇਜ਼ ਉਹਨੂੰ ਝਿੜਕਿਆ ਔਰ ਜਿਹੜਾ ਉੱਥੇ ਪੁਚਾਲ ਵੱਡਾ ਆਇਆ ਸੀਗਾ ਉਹਨੂੰ ਰੋਕ ਦਿੱਤਾ। The disciples looked at one another ਔਰ ਜਿਹੜੇ ਸ਼ਾਗਿਰਦ ਸੀਗੇ ਉਹਨਾਂ ਨੇ ਇੱਕ ਦੂਸਰੇ ਵੱਲ ਦੇਖਿਆ and they asked one question. ਔਰ ਉਹਨਾਂ ਨੇ ਇੱਕ ਸਵਾਲ ਜਿਹੜਾ ਸੀ ਉਹ ਕੀਤਾ And they said, what kind of man is this? ਔਰ ਉਹਨਾਂ ਨੇ ਕਿਹਾ ਕਿ ਇਹ ਆਦਮੀ ਇਹ ਸ਼ਖਸ ਜਿਹੜਾ ਕਿਹੋ ਜਿਹਾ ਆ। And so today I ask you the same question. ਤੋ ਪਾਸਟਰ ਕਰੇ ਅੱਜ ਅਸੀਂ ਵੀ ਇਹੀ ਸਵਾਲ ਤੁਹਾਨੂੰ ਕਰਦੇ ਹਾਂ What kind of man is this? ਕਿ ਇਹ ਸ਼ਖਸ ਜਿਹੜਾ ਆ ਇਹ ਕਿਹੋ ਜਿਹਾ ਮਹਾਨ ਆਦਮੀ ਆ। The disciples asked that question. ਕਿਉਂਕਿ ਜਿਹੜੇ ਸ਼ਾਗਿਰਦ ਸੀ ਉਹਨਾਂ ਨੇ ਵੀ ਇਹ ਗੱਲ ਪੁੱਛੀ। Why? ਕਿਉਂ? Because they didn't really know him. ਇਸ ਲਈ ਕਿਉਂਕਿ ਉਹ ਚੰਗੀ ਤਰ੍ਹਾਂ ਉਹਨੂੰ ਜਾਣਦੇ ਨਹੀਂ ਸੀ। They really didn't know what kind of man Jesus was. ਕਿਉਂਕਿ ਉਹ ਚੰਗੀ ਤਰ੍ਹਾਂ ਨਹੀਂ ਜਾਣਦੇ ਸੀਗੇ ਕਿ ਪ੍ਰਭੂ ਯਿਸੂ ਮਸੀਹ ਜਿਹੜਾ ਉਹ ਸ਼ਖਸ ਉਹ ਕੀ ਹੈਗਾ ਆ। For many years they walked with him, ਕਿਉਂਕਿ ਕਾਫੀ ਸਾਲਾਂ ਤੋਂ ਉਹਦੇ ਨਾਲ ਚੱਲ ਰਹੇ ਸੀ but still they didn't really know him. ਪਰ ਉਹਦੇ ਬਾਵਜੂਦ ਵੀ ਚੰਗੇ ਤਰੀਕੇ ਨਾਲ ਉਹ ਨਹੀਂ ਜਾਣਦੇ ਸੀ। And so I ask you the same question today. ਸੋ ਇਹੀ ਸਵਾਲ ਅੱਜ ਮੈਂ ਤੁਹਾਨੂੰ ਵੀ ਕਰ ਰਿਹਾ। Do you know him? ਕੀ ਤੁਸੀਂ ਉਹਨੂੰ ਜਾਣਦੇ ਹੋ? Do you know Jesus? ਕੀ ਤੁਸੀਂ ਪ੍ਰਭੂ ਯਿਸੂ ਨੂੰ ਜਾਣਦੇ ਹੋ? I mean, do you really know him for yourself? ਮੇਰਾ ਸਵਾਲ ਇਹ ਹੈ ਕਿ ਸੱਚੀ ਸੱਚਮੁੱਚ ਹੀ ਕੀ ਤੁਸੀਂ ਪੂਰਾ ਜਾਣਦੇ ਹੋ ਕੀ ਹੈ ਉਹ? If you were to ask the people that came into contact with Jesus, ਅਗਰ ਤੁਸੀਂ ਲੋਕਾਂ ਨਾਲ ਗੱਲ ਕਰੋ ਕਿ ਯਿਸੂ ਨਾਲ ਜਿਹੜਾ ਆਪਣਾ ਲਿੰਕ ਕਰਨ। we read about the woman that met Jesus at the well at midday. ਕਿਉਂਕਿ ਅਸੀਂ ਕਹਾਣੀ ਜਦੋਂ ਬਾਈਬਲ ਦੇ ਵਿੱਚੋਂ ਦੇਖਦੇ ਕਿ ਜਦੋਂ ਦੁਪਹਿਰ ਦਾ ਵੇਲਾ ਸੀ ਪ੍ਰਭੂ ਯਿਸੂ ਮਸੀਹ ਇੱਕ ਔਰਤ ਨੂੰ ਇੱਕ ਖੂਹੇ ਤੇ ਮਿਲੇ And she said she stopped there to get some water, ਔਰ ਉਹ ਤਾਂ ਰੁਕੀ ਸੀ ਕੁਝ ਪਾਣੀ ਦੇ ਵਾਸਤੇ and there was a man there. ਪਰ ਉੱਥੇ ਇੱਕ ਸ਼ਖਸ ਸੀ ਜਦੋਂ ਆਈ And this man began to tell her all about herself. ਇਹ ਜਿਹੜਾ ਸ਼ਖਸ ਉੱਥੇ ਪਹਿਲਾਂ ਖੂਹੇ ਤੇ ਬੈਠਾ ਸੀ ਉਹਨੇ ਉਸ ਔਰਤ ਦੇ ਬਾਰੇ ਸਾਰੀਆਂ ਗੱਲਾਂ ਉਹਨੂੰ ਦੱਸ ਦਿੱਤੀਆਂ। And this woman wondered what kind of man this was. ਉਹ ਜਿਹੜੀ ਔਰਤ ਸੀ ਉਹ ਬੜੀ ਹੈਰਾਨ ਹੋਈ ਇਹ ਸ਼ਖਸ ਕਿਹੋ ਜਿਹਾ ਸ਼ਖਸ ਹੈ ਜਿਹਨੂੰ ਸਭ ਕੁਝ ਪਤਾ ਹੈ। The Bible tells us about another woman who had been bleeding for 12 years. ਔਰ ਇਸੇ ਤਰੀਕੇ ਨਾਲ ਸਾਨੂੰ ਪ੍ਰਭੂ ਦਾ ਵਚਨ ਦੱਸਦਾ ਇੱਕ ਹੋਰ ਔਰਤ ਬਾਰੇ ਜਿਹਨੂੰ 12 ਸਾਲ ਤੋਂ ਲਹੂ ਵਹਿਣ ਦੀ ਬਿਮਾਰੀ ਲੱਗੀ ਸੀ। And this woman had faith that if she only touched Jesus' cloak, she would be made better. ਲੇਕਿਨ ਇਹ ਜਿਹੜੀ ਔਰਤ ਸੀ ਉਹਦੇ ਅੰਦਰ ਇੱਕ ਵਿਸ਼ਵਾਸ ਇੱਕ ਨੇਚਾ ਪੈਦਾ ਹੋਈ ਕਿ ਅਗਰ ਮੈਂ ਯਿਸੂ ਮਸੀਹ ਦਾ ਕਿਤੇ ਕੱਪੜੇ ਨੂੰ ਵੀ ਹੱਥ ਲਾ ਲਾਂ ਤੇ ਮੈਂ ਚੰਗੀ ਹੋ ਸਕਦੀ ਹਾਂ। Jesus told her, your faith has healed you. ਔਰ ਪ੍ਰਭੂ ਯਿਸੂ ਮਸੀਹ ਨੇ ਇਹ ਗੱਲ ਕੀਤੀ ਕਿ ਤੇਰੇ ਜਿਹੜੀ ਨੇਚਾ ਵਿਸ਼ਵਾਸ ਸੀ ਉਹਨੇ ਤੈਨੂੰ ਚੰਗਾ ਕਰ ਦਿੱਤਾ। And she went away wondering what kind of man this is. ਔਰ ਜਦੋਂ ਉਹ ਵੀ ਚੰਗੀ ਹੋ ਕੇ ਗਈ ਉਹ ਵੀ ਹੈਰਾਨ ਹੋ ਗਈ ਆਪਣੇ ਆਪ ਵਿੱਚ ਕਿ ਇਹ ਸ਼ਖਸ ਜਿਹੜਾ ਕੀ ਸ਼ੈ ਕੀ ਹੈ। The Bible talks about a blind man called Bartimaeus. ਇਸੇ ਤਰੀਕੇ ਨਾਲ ਪ੍ਰਭੂ ਦਾ ਵਚਨ ਇੱਕ ਬਰਤਮਈ ਅੰਧੇ ਦੇ ਬਾਰੇ ਗੱਲ ਕਰਦਾ ਹੈ। And the Bible tells us that this man was blind from birth. ਔਰ ਪ੍ਰਭੂ ਦਾ ਵਚਨ ਇਹ ਦੱਸਦਾ ਹੈ ਕਿ ਇਹ ਆਦਮੀ ਜਿਹੜਾ ਸੀ ਉਹ ਜਨਮ ਤੋਂ ਅੰਧਾ ਸੀ। All he knew was how to sit at the side of the road and beg for money. ਤੇ ਜੋ ਕੁਝ ਉਹਨੂੰ ਜੀਵਨ 'ਚ ਪਤਾ ਸੀ ਇਹੀ ਸੀਗਾ ਕਿ ਮੈਂ ਸਿਰਫ ਸੜਕ ਦੇ ਕੰਢੇ ਬੈਠਣਾ ਆ ਔਰ ਭੀਖ ਮੰਗਣੀ ਹੈ। He asked Jesus for his eyesight. ਉਹਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਪ੍ਰਭੂ ਜੀ ਮੈਨੂੰ ਅੱਖਾਂ ਦੀ ਨਿਗਾਹ ਦੇ ਦੇ। And it was Bartimaeus who said, I once was blind, ਔਰ ਬਰਤਮਈ ਜਿਹੜਾ ਹੈ ਉਹ ਗੱਲ ਕਰਦਾ ਕਿ ਹਾਂ ਮੈਂ ਅੰਧਾ ਸੀ but now I can see. ਪਰ ਹੁਣ ਜਦੋਂ ਉਹਨੂੰ ਨਿਗਾਹ ਮਿਲ ਗਈ ਹੁਣ ਕਹਿੰਦਾ ਮੈਂ ਦੇਖ ਸਕਦਾ ਹਾਂ। What kind of man is this? ਫਿਰ ਉਹਦੇ ਇਹੀ ਸਮਝ ਆਇਆ ਸੋਚਦਾ ਕਿ ਇਹ ਸ਼ਖਸ ਜਿਹੜਾ ਕਿਹੋ ਜਿਹਾ ਮਹਾਨ ਸ਼ਖਸ ਹੈ ਇਹ। Sometimes I look at myself in a mirror ਉਹ ਪਾਸੀ ਕਰੇ ਕਦੀ ਕਦੀ ਮੈਂ ਵੀ ਆਪਣੇ ਆਪ ਨੂੰ ਕਿਸੇ ਆਇਨੇ ਵਿੱਚ ਦੇਖਦਾ ਹਾਂ and I saw the life I was leading, ਤੇ ਮੈਂ ਦੇਖਦਾ ਉਸ ਜੀਵਨ ਦੇ ਵਿੱਚ ਦੀ ਜਿਹ 'ਚ ਮੈਂ ਗੁਜ਼ਰ ਰਿਹਾ the life that I used to live. ਕਿਉਂਕਿ ਉਹ ਜੀਵਨ ਜਿਹਦੇ ਵਿੱਚ ਦੀ ਮੈਂ ਗੁਜ਼ਰਿਆ ਜਿਹੜਾ ਮੇਰਾ ਬੀਤਿਆ ਪਾਲਿਆ I don't think I would have survived on the track that I was heading on. ਤੇ ਫਿਰ ਮੈਨੂੰ ਇਹ ਸੋਚਦਾ ਮੈਂ ਕਿ ਅਗਰ ਉਸ ਹਾਲਾਤ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਨਹੀਂ ਕਿ ਮੈਂ ਅੱਜ ਤੱਕ ਜਿੰਦਾ ਹੋ ਸਕਦਾ ਸੀ। But God picked me up. ਪਰ ਪਰਮੇਸ਼ਵਰ ਨੇ ਮੈਨੂੰ ਚੁੱਕਿਆ He cleaned me up ਉਹਨੇ ਮੈਨੂੰ ਸਾਫ਼ ਕੀਤਾ and He made me a servant for His kingdom. ਔਰ ਉਹਨੇ ਫਿਰ ਉਸ ਤੋਂ ਬਾਅਦ ਮੈਨੂੰ ਆਪਣੀ ਬਾਦਸ਼ਾਹੀ ਦੇ ਵਿੱਚ ਇੱਕ ਸੇਵਕ ਬਣਾ ਦਿੱਤਾ। And today I'm still asking the same question. ਔਰ ਅੱਜ ਮੈਂ ਉਹੀ ਸਵਾਲ ਕਰਦਾ ਹਾਂ What kind of man is this? ਕਿ ਇਹ ਸ਼ਖਸ ਜਿਹੜਾ ਕਿਹੋ ਜਿਹਾ ਮਹਾਨ ਸ਼ਖਸ ਹੈ। What a kind of man is this man that I call my Jesus? ਇਹ ਸ਼ਖਸ ਜਿਹੜਾ ਕਿਹੋ ਜਿਹਾ ਮਹਾਨ ਸ਼ਖਸ ਆ ਕਿ ਜਿਹਨੂੰ ਮੈਂ ਆਪਣਾ ਪ੍ਰਭੂ ਯਿਸੂ ਮਸੀਹ ਬੁਲਾਉਂਦਾ ਆ। He was a man of great faith. ਇਹ ਉਹ ਸ਼ਖਸ ਆ ਜਿਹੜਾ ਇੱਕ ਬਹੁਤ ਬੜੀ ਨਿਸ਼ਚਾ ਰੱਖਦਾ ਆ। This man called Jesus. ਇਹ ਉਹ ਸ਼ਖਸ ਦੀ ਗੱਲ ਹੋ ਰਹੀ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਆ। He went around healing those who needed healing. ਉਹ ਉਹਨਾਂ ਨੂੰ ਚੰਗਾਈ ਦਿੰਦਾ ਹੈ ਜਿਨ੍ਹਾਂ ਨੂੰ ਚੰਗਾਈ ਚਾਹੀਦੀ ਹੈ। This man called Jesus. ਇਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ। He did nothing more than what his father asked him to do. ਉਹਦਾ ਪਿਤਾ ਨੇ ਜੋ ਕੁਝ ਵੀ ਉਹਨੂੰ ਕਹਿੰਦਾ ਉਸ ਤੋਂ ਜ਼ਿਆਦਾ ਨਹੀਂ ਕਰਦਾ। This man called Jesus, ਉਸ ਸ਼ਖਸ ਦਾ ਨਾਮ ਪ੍ਰਭੂ ਯਿਸੂ who ਮਸੀਹ ਹੈ। defied the logic of this world. ਔਰ ਇਹ ਜਿਹੜਾ ਦੁਨੀਆ ਜਿਹੜੀ ਸਾਰੀਆਂ ਚੀਜ਼ਾਂ ਨੂੰ ਜੋ ਜਾਣਦਾ ਹੈ And he walked on water. ਔਰ ਉਹ ਜਿਹੜਾ ਪਾਣੀ ਦੇ ਉੱਪਰ ਚੱਲਿਆ ਹੈ
As the disciples were fearing for their lives, ਜਦੋਂ ਜਿਹੜੇ ਚਗਿਰਦ ਸੀਗੇ, ਜਦੋਂ ਉਹ ਆਪਣੀਆਂ ਜਾਨਾਂ ਦੇ ਖੌਫ ਦੇ ਵਿੱਚ ਪਏ ਸੀ, as they feared that those waters would drown them, ਉਹ ਇਦਾਂ ਸੋਚਦੇ ਸੀਗੇ ਕਿ ਇਸ ਪਾਣੀ ਦੇ ਵਿੱਚ ਅਸੀਂ ਡੁੱਬ ਜਾਾਂਗੇ ਹੁਣ। then Jesus began to walk on that same water. ਤੇ ਫਿਰ ਉਹ ਦੇਖਦੇ ਉਸੇ ਪਾਣੀ ਦੇ ਉੱਤੇ ਜਿਹਦੇ ਖੌਫ ਉਹਨਾਂ ਦੇ ਦਿਲਾਂ 'ਚ ਸੀ, ਯਸ਼ੂ ਉਹਦੇ ਉੱਪਰ ਦੀ ਚੱਲ ਕੇ ਆ ਰਹੇ ਆ। Hallelujah. ਹਾਲੇਲੂਇਆ। No matter what storm you're going through today, ਭਾਵੇਂ ਕਿਸੇ ਵੀ ਮੁਸ਼ਕਲ ਦੇ ਵਿੱਚ ਦੀ ਤੁਸੀਂ ਗੁਜ਼ਰਦੇ ਹੋਵੋ, let me tell you one thing. ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ That same Jesus who was there then, ਕਿ ਉਹੀ ਪ੍ਰਭੂ ਯਸ਼ੂ ਜਿਹੜਾ ਉਹਨਾਂ ਨਾਲ ਸੀ ਅੱਜ ਵੀ ਉਹੀ ਹੈ। that same Jesus who was there for Sister Kamaljit as she shared her testimony today, ਜਿਵੇਂ ਭੈਣ ਜੀ ਕਮਲਜੀਤ ਨੇ ਆਪਣੀ ਗਵਾਹੀ ਦਿੱਤੀ, ਉਹ ਜਿਹੜਾ ਯਸ਼ੂ ਉਹਦੇ ਨਾਲ ਸੀ, ਅੱਜ ਉਹ ਯਸ਼ੂ that ਤੁਹਾਡੇ ਕੋਲ same ਹੈ। Jesus who took me and cleaned me and set me in his service, ਉਹੀ ਪ੍ਰਭੂ ਯਸ਼ੂ ਜਿਹਨੇ ਮੈਨੂੰ ਚੁੱਕਿਆ, ਜਿਹਨੇ ਮੈਨੂੰ ਧੋਤਾ, ਜਿਹਨੇ ਮੈਨੂੰ ਆਪਣਾ ਇੱਕ ਸੇਵਕ ਬਣਾਇਆ, that same Jesus is there for you today. ਉਹੀ ਯਸ਼ੂ ਮਸੀਹ ਅੱਜ ਤੁਹਾਡੇ ਵਾਸਤੇ ਵੀ ਹੈ। Whatever storms are going through in your life, ਜਿਹੜੇ ਮਰਜ਼ੀ ਤੁਸੀਂ ਦੁੱਖ ਔਰ ਮੁਸੀਬਤ ਵਿੱਚ ਦੀ ਅੱਜ ਗੁਜ਼ਰ ਰਹੇ ਆ, you need faith the size of a mustard seed. ਤੁਹਾਨੂੰ ਸਿਰਫ ਜ਼ਰੂਰਤ ਹੈ ਕਿ ਤੁਹਾਡੇ ਅੰਦਰ ਇੱਕ ਨਿਸ਼ਚੈ, ਇੱਕ ਵਿਸ਼ਵਾਸ ਹੋਵੇ, ਜਿਵੇਂ ਇੱਕ ਛੋਟਾ ਜਿਹਾ ਦਾਣਾ ਹੁੰਦਾ ਹੈ। The Bible says your faith needs to be the size of a mustard seed. ਕਿਉਂਕਿ ਪ੍ਰਭੂ ਦਾ ਵਚਨ ਇਹ ਦੱਸਦਾ ਹੈ ਕਿ ਜਿਵੇਂ ਇੱਕ ਸਰਸੋਂ ਦਾ ਛੋਟਾ ਜਿਹਾ ਰਾਈ ਦਾ ਦਾਣਾ ਹੁੰਦਾ ਹੈ, ਇਸ ਤਰੀਕੇ ਨਾਲ ਜੇ ਛੋਟਾ ਜਿਹਾ ਥੋੜਾ ਜਿਹਾ ਵੀ ਵਿਸ਼ਵਾਸ ਤੁਹਾਡੇ 'ਚ ਹੈਗਾ ਹੈ, And it will be done for you. ਤੇ ਉਸੇ ਦੇ ਕਾਰਨ ਤੁਹਾਡੇ ਲਈ ਸਭ ਕੁਝ ਹੋ ਜਾਏਗਾ। This man called Jesus, ਇਹ ਜੋ ਕਰਦਾ ਹੈ ਉਹਦਾ ਨਾਮ ਪ੍ਰਭੂ ਯਿਸੂ who ਮਸੀਹ ਹੈ। lived by faith ਉਹ ਜਿਹੜਾ ਨਿਸ਼ਚੈ ਵਿੱਚ ਜੀਆ, and who believed every word of God. ਜਿਹਨੇ ਵਿਸ਼ਵਾਸ ਕੀਤਾ ਪਰਮੇਸ਼ਵਰ ਦੀ ਬਾਣੀ ਦੇ ਉੱਤੇ। This man who raised Lazarus from the dead. ਇਹ ਸ਼ਖਸ ਦੀ ਗੱਲ ਹੋ ਰਹੀ ਜਿਹਨੇ ਲਾਜ਼ਰਸ ਨੂੰ ਮੌਤ ਦੇ ਵਿੱਚੋਂ ਕੱਢ ਦਿੱਤਾ। He only says, Lazarus, come out, and Lazarus was ਉਹਨੇ raised from ਸਿਰਫ the ਆਪਣੇ dead. ਮੂੰਹ ਵਿੱਚੋਂ ਇੰਨਾ ਹੀ ਕਿਹਾ ਕਿ ਲਾਜ਼ਰਸ ਤੂੰ ਕਬਰ ਚੋਂ ਬਾਹਰ ਆ ਜਾ, ਔਰ ਉਹ ਬਾਹਰ ਆ ਗਿਆ। This Lion of Judah, ਉਹ ਯਹੂਦਾ ਦਾ ਬੱਬਰ ਸ਼ੇਰ ਆ, this bright and morning star, ਇਹ ਉਹ ਸਵੇਰ ਦਾ ਉਜਵਲ ਤਾਰਾ ਆ, this bread of life. ਇਹ ਜੀਵਨ ਦੀ ਰੋਟੀ ਆ। What kind of man is this? ਇਹ ਸ਼ਖਸ ਕਿਹੋ ਜਿਹਾ ਆ? Because of his faith, ਉਹਦੇ ਇੱਕ ਨਿਸ਼ਚੈ ਦੇ ਕਾਰਨ death could not hold him. ਤੇ ਜਿਹੜੀ ਮੌਤ ਸੀਗੀ ਉਹ ਉਹਨੂੰ ਕਬਜ਼ੇ ਵਿੱਚ ਨਹੀਂ ਰੱਖ ਸਕੀ। Because of his faith, ਇਸ ਲਈ ਕਿਉਂਕਿ ਅੰਦਰ ਵਿਸ਼ਵਾਸ ਸੀ। the cross could not conquer him. ਜਿਹੜਾ ਸਲੀਬ ਸੀਗੀ ਉਹ ਉਹਦੇ ਉੱਤੇ ਜਿੱਤ ਨਹੀਂ ਪਾ ਸਕੀ। Because of his faith, nobody could deceive him. ਇਸ ਲਈ ਕਿਉਂਕਿ ਅੰਦਰ ਵਿਸ਼ਵਾਸ ਸੀ, ਕੋਈ ਉਹਨੂੰ ਧੋਖਾ ਨਹੀਂ ਦੇ ਸਕਿਆ। And because of his faith, Satan himself could not defeat him. ਕਿਉਂਕਿ ਉਹਦੇ ਅੰਦਰ ਵਿਸ਼ਵਾਸ ਸੀ, ਇਸ ਲਈ ਸ਼ੈਤਾਨ ਖੁਦ ਜਿਹੜਾ ਸੀ ਉਹਨੂੰ ਹਰਾ ਨਹੀਂ ਸਕਿਆ। And today, if you remember nothing else, ਅੱਜ ਅਗਰ ਹੋਰ ਕੋਈ ਗੱਲ ਤੁਹਾਨੂੰ ਯਾਦ ਨਹੀਂ ਹੈ, then remember this one thing, ਤਾਂ ਸਿਰਫ ਇੱਕ ਗੱਲ ਯਾਦ ਰੱਖੀਏ, that nothing will be impossible ਕਿਉਂਕਿ ਕੋਈ ਵੀ ਗੱਲ ਜਿਹੜੀ ਉਹ ਅਸੰਭਵ ਜਾਂ ਅਣਹੋਣੀ ਨਹੀਂ ਹੈ if you believe. ਜੇ ਤੁਸੀਂ ਵਿਸ਼ਵਾਸ ਕਰੋ ਤਾਂ। And all things are possible for those that believe. ਕਿਉਂਕਿ ਜਿਹੜੇ ਨੇਚਰ ਰੱਖਦੇ ਨੇ, ਵਿਸ਼ਵਾਸ ਰੱਖਦੇ ਨੇ, ਸਾਰਾ ਕੁਝ ਉਹਨਾਂ ਦੇ ਲਈ ਹੋਣਾ ਆ If you have faith. ਜੇ ਤੁਹਾਡੇ ਵਿੱਚ ਵਿਸ਼ਵਾਸ ਹੈ। The Bible says, with God, all things are possible. ਕਿਉਂਕਿ ਪ੍ਰਭੂ ਦਾ ਵਚਨ ਸਾਨੂੰ ਇਹ ਦੱਸਦਾ ਕਿ ਪਰਮੇਸ਼ਵਰ ਦੇ ਵਿੱਚ ਦੀ ਹੋ ਕੇ ਸਾਰਾ ਕੁਝ ਹੋ ਸਕਦਾ ਹੈ। And I know that there are many today who are listening and watching me speak right now. ਔਰ ਮੈਂ ਇਹ ਗੱਲ ਨੂੰ ਜਾਣਦਾ ਪੱਕੇ ਤਰੀਕੇ ਨਾਲ, ਬਹੁਤ ਸਾਰੇ ਆ ਜਿਹੜੇ ਤੁਸੀਂ ਸੁਣ ਰਹੇ ਹੋ ਔਰ ਦੇਖ ਰਹੇ ਹੋ। And I know that you're wrestling with problems and trials and difficult circumstances in ਔਰ your ਇਹ ਮੈਂ life. ਜਾਣਦਾ ਆ ਕਿ ਤੁਸੀਂ ਜੀਵਨ ਦੇ ਜਿਹੜੀਆਂ ਮੁਸ਼ਕਲਾਤ ਨੇ, ਜਿਹੜੇ ਔਖੇ ਟਾਈਮ ਨੇ, ਤੁਸੀਂ ਉਹਨਾਂ ਨਾਲ ਕੋਲ ਕਰ ਰਹੇ ਹੋ। And many of you are searching for answers to your questions. ਔਰ ਜਿੰਨੇ ਤੁਹਾਡੇ ਦਿਲਾਂ 'ਚ ਸਵਾਲ ਉੱਠਦੇ ਨੇ, ਤੁਹਾਡੇ ਵਿੱਚੋਂ ਬਹੁਤੇ ਉਹਨਾਂ ਦੇ ਜਵਾਬ ਜਿਹੜੇ ਨੇ ਉਹਨਾਂ ਨੂੰ ਢੂੰਡਦੇ ਫਿਰਦੇ ਨੇ। And I pray today that through this message you will find your answer. ਔਰ ਅੱਜ ਇਹ ਮੇਰੀ ਪ੍ਰਾਰਥਨਾ, ਮੇਰੀ ਅਰਦਾਸ ਆ ਕਿ ਇਸ ਵਚਨ ਦੇ ਦੁਆਰਾ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਤੁਹਾਨੂੰ ਮਿਲ ਜਾਣ। Just have faith. ਸਿਰਫ ਨਿਸ਼ਚਾ, ਸਿਰਫ ਵਿਸ਼ਵਾਸ ਦੀ ਜ਼ਰੂਰਤ ਹੈ। Verse 6 in this 11th chapter of Hebrews says, without faith it is impossible to please God. ਕਿਉਂਕਿ ਇਬਰਾਨੀਆਂ ਦੇ 11 ਅਧਿਆਇ ਜਿਹਨੂੰ ਅਸੀਂ ਪੜ੍ਹਿਆ, ਉਹਦੇ 6ਵੇਂ ਵਚਨ ਦੇ ਵਿੱਚ ਲਿਖਿਆ ਕਿ ਨਿਸ਼ਚਾ ਤੋਂ ਬਿਨਾ ਬਹੁਤ ਮੁਸ਼ਕਲ ਹੈ ਪਰਮੇਸ਼ਵਰ ਦੇ ਮਨ ਨੂੰ ਪਾਉਣਾ। I don't know what way of life you follow, ਮੈਨੂੰ ਪਤਾ ਨਹੀਂ ਤੁਸੀਂ ਕਿਹੋ ਜਿਹਾ ਜੀਵਨ ਜੀ ਰਹੇ ਹੋ, but my Bible tells me that if I want to please my God, I need to have faith. ਪਰ ਲੇਕਿਨ ਜਦੋਂ ਮੈਂ ਵਚਨ ਪੜ੍ਹਦਾ, ਮੈਨੂੰ ਤੇ ਬਾਈਬਲ ਤੋਂ ਇਹੀ ਪਤਾ ਲੱਗਦਾ ਹੈ ਕਿ ਜੇ ਮੈਂ ਪਰਮੇਸ਼ਵਰ ਨੂੰ ਖੁਸ਼ ਕਰਨਾ, ਉਹਨੂੰ ਪ੍ਰਸੰਨ ਕਰਨਾ ਹੈ, ਤਾਂ ਫਿਰ ਮੇਰੇ ਵਿੱਚ ਨਿਸ਼ਚਾ ਦਾ ਹੋਣਾ ਬੜਾ ਜ਼ਰੂਰੀ ਹੈ। Why? ਕਿਉਂ? Because everything that God offers you and everything that God offers me comes by faith. ਕਿਉਂਕਿ ਜੋ ਕੁਝ ਵੀ ਪਰਮੇਸ਼ਵਰ ਤੁਹਾਡੇ ਲਈ ਲੈ ਕੇ ਆਉਂਦਾ ਹੈ ਜਾਂ ਮੇਰੇ ਲਈ ਲੈ ਕੇ ਆਉਂਦਾ ਹੈ, ਉਹ ਸਾਰਾ ਕੁਝ ਸਾਨੂੰ ਨਿਸ਼ਚਾ ਦੇ ਦੁਆਰਾ ਮਿਲਦਾ ਹੈ। Romans chapter 10 and verse 9 tells us that salvation comes by faith. ਰੋਮੀਆਂ 10:9 ਦੇ ਵਿੱਚ ਲਿਖਿਆ ਹੈ ਕਿ ਜਿਹੜੀ ਮੁਕਤੀ ਆ, ਜਿਹੜੀ ਨਜ਼ਾਤ ਆ, ਉਹ ਵੀ ਸਾਨੂੰ ਨਿਸ਼ਚਾ ਵਿਸ਼ਵਾਸ ਤੋਂ ਮਿਲਦੀ ਹੈ। Acts 3
verse 16 tells me that healing comes by faith. ਇੱਥੇ ਤੱਕ ਕਿ ਜਦੋਂ ਅਸੀਂ ਰਸੂਲਾਂ ਦੀ ਕਿਤਾਬ ਪੜ੍ਹਦੇ 3:16 ਉੱਥੋਂ ਵੀ ਪਤਾ ਚੱਲਦਾ ਹੈ ਕਿ ਚੰਗਾਈ ਜਿਹੜੀ ਉਹ ਵੀ ਨਿਸ਼ਚੈ ਤੋਂ ਮਿਲਦੀ ਹੈ। Baptism comes by faith. ਜਦੋਂ ਅਸੀਂ ਦੇਖਦੇ ਹਾਂ ਬਪਤਿਸਮਾ ਉਹ ਵੀ ਵਿਸ਼ਵਾਸ ਤੋਂ ਮਿਲਦਾ The ਹੈ। blessings in your life, financial blessings, come by faith. ਤੁਹਾਡੇ ਜੀਵਨ ਦੇ ਵਿੱਚ ਕੋਈ ਪੈਸੇ ਦੀ ਬਰਕਤ ਆ ਜਾਂ ਕੋਈ ਹੋਰ ਬਰਕਤਾਂ ਨੇ ਉਹ ਸਾਰੀਆਂ ਵਿਸ਼ਵਾਸ ਨਾਲ ਆਉਂਦੀਆਂ ਨੇ। The Bible says, walk by faith and not by sight. ਪ੍ਰਭੂ ਦਾ ਵਚਨ ਸਾਨੂੰ ਇਹ ਸਿਖਾਲਦਾ ਆ ਕਿ ਜੋ ਤੁਸੀਂ ਦੇਖਦੇ ਹੋ ਉਹਦੇ ਅਨੁਸਾਰ ਨਾ ਚੱਲੋ, ਲੇਕਿਨ ਤੁਸੀਂ ਨਿਸ਼ਚੈ ਵਿਸ਼ਵਾਸ ਦੇ ਨਾਲ ਚੱਲੋ। What does that mean? ਇਹਦਾ ਕੀ ਮਤਲਬ ਹੋਇਆ? That means whatever actions you take because of what you believe. ਕਿਉਂਕਿ ਇਹਦਾ ਮਤਲਬ ਇਹ ਨਿਕਲਦਾ ਕਿ ਜੋ ਕੁਝ ਵੀ ਤੁਸੀਂ ਕਰਦੇ ਹੋ ਜੀਵਨ ਦੇ ਵਿੱਚ ਉਹ ਕੁਝ ਕਰਦੇ ਹੋ ਜੋ ਤੁਸੀਂ ਵਿਸ਼ਵਾਸ ਕਰਦੇ ਹੋ। If you wake up in the morning and you say to yourself, I'm not going to make it this morning, ਅਗਰ ਤੁਸੀਂ ਸਵੇਰੇ ਉੱਠ ਕੇ ਕਹੋ ਕਿ ਅੱਜ ਦਾ ਦਿਨ ਜਿਹੜਾ ਆ ਇਹ ਮੈਂ ਨਹੀਂ ਜੀਣਾ, then you're not going to make it. ਤੇ ਫਿਰ ਵਾਕਈ ਜੋ ਕੁਝ ਤੁਸੀਂ ਕਰਨਾ ਹੁੰਦਾ ਜਦੋਂ ਤੁਸੀਂ ਪਹਿਲਾਂ ਹੀ ਹਾਰ ਜਾਂਦੇ ਹੋ ਉਹ ਤੁਸੀਂ ਨਹੀਂ ਕਰ ਸਕਦੇ। If you tell yourself nothing good will come of you in your life, ਅਗਰ ਤੁਸੀਂ ਆਪਣੇ ਆਪ ਨੂੰ ਇਦਾਂ ਕਹੀ ਜੋ ਕਿ ਤੁਹਾਡੇ ਲਈ ਕੁਝ ਵੀ ਚੰਗਾ ਨਹੀਂ ਹੋਣ ਲੱਗਿਆ, then guess what? Nothing good will come of ਤਾਂ your life. ਸੋਚੀਏ ਫਿਰ ਕੀ ਹੋਏਗਾ? ਬਸ ਇਹੋ ਜਿਹਾ ਜੀਵਨ ਰਹੇਗਾ। But you need to know one thing. ਪਰ ਤੁਹਾਨੂੰ ਇੱਕ ਗੱਲ ਨੂੰ ਜਾਣਨ ਦੀ ਜ਼ਰੂਰਤ ਹੈ, The devil is a liar. ਕਿਉਂਕਿ ਜਿਹੜਾ ਸ਼ੈਤਾਨ ਆ ਉਹ ਝੂਠਾ ਆ। Because greater is he that is in me than he that is in the world. ਕਿਉਂਕਿ ਮਹਾਨ ਉਹ ਆ ਜਿਹੜਾ ਮੇਰੇ ਅੰਦਰ ਵਸਦਾ ਆ ਉਹਦੇ ਨਾਲੋਂ ਜਿਹੜਾ ਬਾਹਰ ਵਸਦਾ ਆ। My Bible tells me I'm more than a conqueror. ਪ੍ਰਭੂ ਦਾ ਵਚਨ ਮੈਨੂੰ ਦੱਸਦਾ ਕਿ ਮੈਂ ਫਤਿਹਮੰਦ ਤੋਂ ਵੀ ਵੱਧ ਕੇ ਫਤਿਹਮੰਦ ਆ। I am not a victim, ਕਿਉਂਕਿ ਮੈਂ ਕੋਈ ਮੁਲਜ਼ਮ ਨਹੀਂ ਹਾਂ, but I am victorious. ਪਰ ਮੈਂ ਤਾਂ ਫਤਿਹਮੰਦ ਆ। I am the head, not the tail. ਮੈਂ ਤੇ ਸਿਰ ਆ, ਮੈਨੂੰ ਪੂਛ ਨਹੀਂ ਬਣਾਇਆ। I am the above and not the beneath. ਮੈਂ ਉੱਪਰ ਆ, ਮੈਨੂੰ ਥੱਲੇ ਨਹੀਂ I ਸੁੱਟਿਆ। am the lender and not the borrower. ਮੈਂ ਲੋਕਾਂ ਨੂੰ ਦੇਣ ਵਾਲਾ ਆ, ਨਾ ਕਿ ਲੋਕਾਂ ਤੋਂ ਮੰਗਣ ਵਾਲਾ ਹੈ। And you shall have what you need if you believe by faith. ਜੋ ਕੁਝ ਵੀ ਜ਼ਰੂਰਤ ਆ ਉਹ ਤੁਹਾਨੂੰ ਮਿਲ ਸਕਦੀ ਹੈ ਅਗਰ ਤੁਸੀਂ ਆਪਣੇ ਅੰਦਰ ਨਿਸ਼ਚੈ ਨੂੰ ਕਾਇਮ ਰੱਖੋ। The Bible says faith comes. ਕਿਉਂਕਿ ਪ੍ਰਭੂ ਦਾ ਵਚਨ ਦੱਸਦਾ ਕਿ ਨਿਸ਼ਚੈ ਵਿਸ਼ਵਾਸ ਜਿਹੜਾ ਆਉਂਦਾ ਆ, That means it's continuous. ਇਹਦਾ ਮਤਲਬ ਉਹ ਇਦਾਂ ਲਗਾਤਾਰ ਚੱਲਿਆ ਆਉਂਦਾ ਆ। Faith needs to grow. ਕਿਉਂਕਿ ਵਿਸ਼ਵਾਸ ਜਿਹੜਾ ਜ਼ਰੂਰਤ ਹੈ ਉਹ ਵਧੇ। It's like your muscles. ਕਿਉਂਕਿ ਜਿਵੇਂ ਸਾਡੇ ਬੋਡੀ ਹੈ, ਸਾਡੇ ਮਸਲਸ ਨੇ, If you don't exercise your muscles, ਜੇ ਅਸੀਂ ਐਕਸਰਸਾਈਜ਼ ਨਹੀਂ ਕਰਦੇ your muscles will grow weak. ਤੇ ਫਿਰ ਜਿਹੜੇ ਸਾਡੇ ਮਸਲ ਨੇ ਉਹ ਨਹੀਂ ਵੱਧਦੇ। If you don't exercise your faith, ਅਗਰ ਤੁਸੀਂ ਆਪਣੇ ਵਿਸ਼ਵਾਸ ਜਿਹੜਾ ਉਹਦੇ ਵੀ ਤਜਰਬਾ ਨਹੀਂ ਕਰਦੇ then your faith will also grow ਤੇ weak. ਫਿਰ ਉਹਦੇ ਨਾਲ ਜਿਹੜਾ ਤੁਹਾਡਾ ਵਿਸ਼ਵਾਸ ਆ ਉਹ ਵੀ ਨਹੀਂ ਵੱਧਦਾ। You see, God has given everyone a measure of faith. ਤੁਸੀਂ ਦੇਖਦੇ ਹੋ ਕਿ ਪਰਮੇਸ਼ਵਰ ਨੇ ਇੱਕ ਮਿਹਨਤ ਦੇ ਨਾਲ ਵਿਸ਼ਵਾਸ ਜਿਹੜਾ ਹੈ ਉਹ ਦਿੱਤਾ ਹੈ ਹਰ ਇੱਕ ਨੂੰ। But if you don't use your faith, ਪਰ ਜੇ ਤੁਸੀਂ ਇਹਨੂੰ ਇਸਤੇਮਾਲ ਕਰਦੇ ਹੀ ਨਹੀਂ ਹੈ then you cannot develop your ਤੇ faith. ਫਿਰ ਇਹਨੂੰ ਤੁਸੀਂ ਵਧਾ ਨਹੀਂ ਸਕਦੇ। You have to start believing what God can do ਕਿਉਂਕਿ for you. ਤੁਹਾਨੂੰ ਜ਼ਰੂਰਤ ਆ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਤੁਹਾਡੇ ਲਈ ਕੀ ਕੀ ਕਰ ਸਕਦਾ ਹੈ। If you don't believe that God can fix your headache, ਅਗਰ ਤੁਸੀਂ ਇਹ ਨਹੀਂ ਵਿਸ਼ਵਾਸ ਕਰਦੇ ਕਿ ਪਰਮੇਸ਼ਵਰ ਤੁਹਾਡੇ ਸਿਰ ਦੇ ਦਰਦ ਨੂੰ ਉਠਾ ਸਕਦਾ ਹੈ then why would you believe that God can heal your cancer? ਤੇ ਫਿਰ ਕਿਉਂ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਜਿਹੜਾ ਉਹ ਕੈਂਸਰ ਨੂੰ ਚੰਗਾ ਕਰ ਸਕਦਾ ਹੈ। If you can't believe that God can solve your 100-pound problem, ਅਗਰ ਤੁਸੀਂ ਆਪਣੇ 100 ਪਾਉਂਡ ਦੀ ਸਮੱਸਿਆ ਨਹੀਂ ਸੋਚਦੇ ਕਿ ਪਰਮੇਸ਼ਵਰ ਹੱਲ ਕਰ ਸਕਦਾ then ਹੈ why would you ask God to solve your 1,000-pound ਤੇ ਫਿਰ problem? ਤੁਸੀਂ ਹਜ਼ਾਰਾਂ ਦੀ ਜਿਹੜੀ ਤੁਹਾਡੀ ਸਮੱਸਿਆ ਕਿਉਂ ਸੋਚਦੇ ਹੋ ਕਿ ਰੱਬ ਉਹ ਚੰਗੀ ਕਰੇਗਾ। If you don't have faith in the smaller things, ਅਗਰ ਛੋਟੀ ਗੱਲ ਦੇ ਵਿੱਚ ਤੁਹਾਡੇ ਅੰਦਰ ਵਿਸ਼ਵਾਸ ਨਹੀਂ ਹੈ then you will not have faith for the bigger things in ਤੇ ਫਿਰ life. ਵੱਡੀ ਗੱਲ ਦੇ ਲਈ ਵੀ ਵਿਸ਼ਵਾਸ ਨਹੀਂ ਹੋ ਸਕਦਾ। Somewhere along the line, you have to start believing. ਕਿਉਂਕਿ ਚਲਦੇ ਜੀਵਨ ਦੇ ਵਿੱਚ ਲਾਜ਼ਮੀ ਆ ਕਿ ਤੁਸੀਂ ਆਪਣੇ ਅੰਦਰ ਵਿਸ਼ਵਾਸ ਜਿਹੜਾ ਉਹਨੂੰ ਕਾਇਮ ਕਰੋ। Somewhere along the line, you have to start exercising your faith. ਜੀਵਨ ਦੇ ਵਿੱਚ ਲਾਜ਼ਮੀ ਆ ਕਿ ਤੁਸੀਂ ਜਿਹੜਾ ਤੁਹਾਡੇ ਅੰਦਰ ਵਿਸ਼ਵਾਸ ਆ ਉਹਦਾ ਤਜਰਬਾ ਕਰਨਾ ਸ਼ੁਰੂ ਕਰੋ। Faith is like the currency, the money that's used in heaven. ਕਿਉਂਕਿ ਜਿਹੜਾ ਵਿਸ਼ਵਾਸ ਆ ਉਹ ਇੱਕ ਪੈਸੇ ਦੀ ਤਰ੍ਹਾਂ ਆ ਕਿ ਜਿਵੇਂ ਸਵਰਗੀ ਪੈਸਾ ਜਿਹੜਾ ਅਸੀਂ ਖਰਚਣਾ ਜਿਹਨੂੰ ਇਸਤੇਮਾਲ ਕਰਨਾ ਹੈ। If you go to Tesco or to Morrison's, to any supermarket, and you don't have money, ਅਗਰ ਤੁਸੀਂ ਕਿਸੇ ਟੈਸਕੋ, ਮੋਰਿਸਨ ਜਾਂ ਕਿਸੇ ਵੀ ਸੁਪਰਮਾਰਕਟ ਜਾਂਦੇ ਹੋ ਜੇ ਤੁਹਾਡੇ ਕੋਲ ਪੈਸਾ ਨਾ ਹੋਏ you will not be able to buy your shopping. ਤੇ ਫਿਰ ਤੁਸੀਂ ਉੱਥੋਂ ਕੁਝ ਨਹੀਂ ਖਰੀਦ ਸਕਦੇ। In the same way, you cannot go before God without faith. ਇਸੇ ਤਰੀਕੇ ਨਾਲ ਤੁਸੀਂ ਪਰਮੇਸ਼ਵਰ ਦੇ ਅੱਗੇ ਨਿਸ਼ਚੈ ਤੋਂ ਬਿਨਾਂ ਨਹੀਂ ਹਾਜ਼ਰ ਹੋ ਸਕਦੇ। And faith in who? ਉਹ ਜਿਹੜਾ ਨਿਸ਼ਚੈ ਵਿਸ਼ਵਾਸ ਕਿਹਦੇ ਵਿੱਚ ਹੋਣਾ ਹੈ? Faith in that man Jesus. ਉਹ ਵਿਸ਼ਵਾਸ ਜਿਹੜਾ ਯਿਸੂ 'ਚ ਹੋਵੇ। My Jesus who did so much for me. ਮੇਰੇ ਯਿਸੂ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ। Kamaljeet's Jesus who did so much for me. ਕਮਲਜੀਤ ਦੇ ਵਾਸਤੇ ਪ੍ਰਭੂ ਯਿਸੂ ਨੇ ਬਹੁਤ ਕੁਝ ਕੀਤਾ ਹੈ। That same Jesus who did so much throughout the Bible that we read. ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਹਾਂ ਉਸੇ ਸ਼ਖਸ ਨੇ ਸਾਰਿਆਂ ਲਈ ਬਹੁਤ ਕੁਝ ਕੀਤਾ ਹੈ। Hallelujah. ਹਾਲੇਲੂਇਆ। And in that same faith right now, ਉਹੀ ਵਿਸ਼ਵਾਸ ਜਿਹੜਾ ਇਸ ਵੇਲੇ we're going to pray for those who are sick, ਅਸੀਂ ਹੁਣ ਪ੍ਰਾਰਥਨਾ ਕਰਾਂਗੇ ਉਹਨਾਂ ਲਈ ਜਿਹੜੇ ਬਿਮਾਰ ਨੇ, for those who have needs, ਉਹ ਜਿਨ੍ਹਾਂ ਦੀ ਕੋਈ ਜ਼ਰੂਰਤ ਹੈ,
And if you have a need today, remember, the Bible says you need faith the size of a mustard seed. ਅਗਰ ਅੱਜ ਤੁਹਾਡੀ ਕੋਈ ਜ਼ਰੂਰਤ ਆ ਤੇ ਬਾਈਬਲ ਦੀ ਗੱਲ ਨੂੰ ਯਾਦ ਰੱਖੋ ਕਿ ਸਿਰਫ ਤੁਹਾਡੇ ਅੰਦਰ ਜਿਵੇਂ ਰਾਈ ਦੇ ਦਾਣੇ ਜਿਹਦਾ ਛੋਟਾ ਜਿਹਾ ਈਮਾਨ ਜਿਹੜਾ ਵਿਸ਼ਵਾਸ ਉਹਦਾ ਹੋਣਾ ਜ਼ਰੂਰੀ ਹੈ If there's a sickness in you, ਅਗਰ ਅੱਜ ਤੁਹਾਡੇ ਵਿੱਚ ਕੋਈ ਬਿਮਾਰੀ ਹੈ I urge you right now that you join with me in prayer, that you believe in what Jesus can do for you. ਔਰ ਮੈਂ ਅੱਜ ਤੁਹਾਨੂੰ ਬਹੁਤ ਤਹਿ ਦਿਲੋਂ ਕਹਿਣਾ ਚਾਹੁੰਦਾ ਕਿ ਤੁਸੀਂ ਮੇਰੇ ਨਾਲ ਰਲੋ ਤੇ ਦੇਖੋ ਤੁਸੀਂ ਫਿਰ ਅੱਜ ਪ੍ਰਭੂ ਤੁਹਾਡੇ ਜੀਵਨ 'ਚ ਕੀ ਕਰ ਸਕਦਾ ਹੈ Lay your hands on the part of your body which is affected. ਜਿੱਥੇ ਵੀ ਤੁਹਾਡੇ ਜਿਸਮ 'ਚ ਬਿਮਾਰੀ ਹੈ ਉਸ ਉੱਤੇ ਆਪਣਾ ਹੱਥ ਰੱਖ ਲਓ As we begin to pray, ਜਦੋਂ ਅਸੀਂ ਦੁਆ ਕਰਨ ਲੱਗੇ ਹਾਂ then start believing, ਤੇ ਫਿਰ ਤੁਸੀਂ ਵਿਸ਼ਵਾਸ ਨੂੰ ਵਧਾਓ not in me, ਮੇਰੇ ਵਿੱਚ ਨਹੀਂ but in my Jesus. ਪਰ ਮੇਰੇ ਯਿਸੂ ਦੇ ਵਿੱਚ And you need faith the size of a mustard seed, and Jesus will heal ਤੇ you. ਪ੍ਰਭੂ ਯਿਸੂ ਮਸੀਹ ਤੁਹਾਨੂੰ ਚੰਗਾ ਕਰੇਗਾ ਸਿਰਫ ਉਹ ਥੋੜੇ ਜਿਹਾ ਵਿਸ਼ਵਾਸ ਦੇ ਕਾਰਨ ਹੀ Let's pray together, ਆਓ ਆਪਾਂ ਰਲ ਕੇ ਦੁਆ ਕਰੀਏ and let's start believing ਆਓ together. ਵਿਸ਼ਵਾਸ ਕਰਨਾ ਸ਼ੁਰੂ ਕਰੀਏ Let's ਯਿਸੂ bow our heads ਤੇ in ਆਓ prayer. ਆਪਣੇ ਸਿਰਾਂ ਨੂੰ ਝੁਕਾਈਏ ਦੁਆ 'ਚ Hallelujah, Heavenly Father, creator of heaven and earth. ਸਵਰਗੀ ਬਾਪ ਜ਼ਮੀਨ ਅਸਮਾਨ ਦੇ ਬਣਾਉਣ ਵਾਲੇ We thank you today, Lord God. ਤੁਹਾਡਾ ਧੰਨਵਾਦ ਕਰਦੇ ਅੱਜ ਦੇ ਲਈ We thank you for this opportunity. ਧੰਨਵਾਦ ਕਰਦੇ ਇਸ ਮੌਕੇ ਵਾਸਤੇ We thank you for all those who are watching. ਧੰਨਵਾਦ ਕਰਦੇ ਉਹਨਾਂ ਤੁਹਾਡੇ ਬੱਚਿਆਂ ਲਈ ਜਿਹੜੇ ਪ੍ਰਭੂ ਯਿਸੂ ਇਸ ਵੇਲੇ ਸਾਡੇ ਨਾਲ ਨੇ Lord God, right now we pray for those who need your touch. ਔਰ ਇਸ ਵੇਲੇ ਸਾਡੀ ਪ੍ਰਾਰਥਨਾ ਉਹਨਾਂ ਦੇ ਲਈ ਜਿਹੜੇ ਪ੍ਰਭੂ ਯਿਸੂ ਤੁਹਾਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ We ਤੁਹਾਡੀ pray for those, Lord God, who need your healing touch right ਪ੍ਰਭੂ now. ਜਿਨ੍ਹਾਂ ਨੂੰ ਵੀ ਚੰਗਾਈ ਦੀ ਜ਼ਰੂਰਤ ਹੈ ਅੱਜ ਇਸ ਵੇਲੇ ਤੁਸੀਂ ਉਹਨਾਂ ਨੂੰ ਛੂਵੋ Right now, Lord God, we come against every sickness in these bodies in the name of Jesus. ਪਿਤਾ ਜੀ ਇਸੇ ਵੇਲੇ ਹਰ ਬਿਮਾਰੀ ਦੇ ਖਿਲਾਫ ਅਸੀਂ ਆ ਜਾਂਦੇ ਹਾਂ ਯਿਸੂ ਮਸੀਹ ਦੇ ਨਾਮ 'ਚ We rebuke every sickness in these bodies in Jesus' name right ਔਰ now. ਹਰ ਬਿਮਾਰੀ ਨੂੰ ਅਸੀਂ ਯਿਸੂ ਦੇ ਨਾਮ 'ਚ ਡਾਂਟ ਦਿੰਦੇ ਹਾਂ And we command every sickness to be gone in Jesus' name. ਔਰ ਹਰ ਬਿਮਾਰੀ ਨੂੰ ਅਸੀਂ ਡਾਂਟ ਦਿੰਦੇ ਹਾਂ ਯਿਸੂ ਦੇ ਨਾਮ 'ਚ Touch them, Lord God, and set them free from every ਪ੍ਰਭੂ sickness. ਯਿਸੂ ਤੂੰ ਛੂ ਲੈ ਇਸੇ ਵੇਲੇ ਚੰਗਾਈ ਦੇ ਦੇ In Jesus' name we ask. ਯਿਸੂ ਤੇਰੇ ਨਾਮ 'ਚ ਹੋ ਜਾਏ Amen. ਆਮੀਨ Pastor, can I request to pray for the two families ਜਿਹੜੇ ਦੁੱਖਾਂ ਦੇ ਵਿੱਚ ਦੀ ਗੁਜ਼ਰ ਗਏ ਜਿਨ੍ਹਾਂ ਦੇ ਜਿਸ ਤਰ੍ਹਾਂ ਕਿ ਅੰਕਲ ਰੂਪਲਾਲ ਜੀ ਜਿਹੜੇ ਪਿਛਲੇ ਹਫਤੇ ਜਿਹਨਾਂ ਦਾ ਜਨਾਜ਼ਾ ਸੀਗਾ ਐਂਡ ਆਲਸੋ ਮਿਸਟਰ ਤਾਲਬ ਮਸੀਹ ਜਿਨ੍ਹਾਂ ਦੀ ਫੈਮਿਲੀ ਦੇ ਵਿੱਚ ਦੋ ਮਾਤਮ ਹੋ ਗਏ if I can ask you to please pray for these two families. Join with me in prayer, please, for these two families. Hallelujah, Lord God. We thank you, Father God, because salvation comes from you. And because, Lord God, we know that we are saved, we also know that the way of eternity is open to us. We know that at the point of death, it's not the ending, it's a beginning, because our new life in heaven begins. Right now, we thank you, Lord God, for Mr. Ruplal and Mr. Talib Masih, Lord God, who've come to be with you in heaven right now, Lord God. Father, we thank you that you chose to call them. Lord God, you alone know the mysteries of death, but Father, we know that right now they're at your right hand. Right now they're in your presence, Lord God. But we pray, Father God, for those who are left behind, may your grace and comfort be upon these two families. In Jesus' name we ask it. Amen. 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 Amen.